कबीर एक मरनते दोए मुए, एक मरनते दोए मुए। कबीर एक मरनते दोए मुए, दोए मुरनते चार, दोए मरनते चार। एक मरनते दोए मुए, कबीर एक मरनते दोए मुए। कबीर एक मरनते दोए मुए, कबीर एक मरनते दोए मुए, दोए मुए, दोए मुए। दोए मरनते चार, दोए मरनते चार। कबीर एक मरनते दोए मुए, कबीर एक मरनते दोए मुए, दोए मरनते चार, दोए मरनते चार। एक मरनते दोए मुए, कबीर एक मरनते दोए मुए। चार मरनते छे मुए, चार मरनते छे मुए, चार मरनते छे मुए। चार पुरख दोए नार, चार पुरख दोए नार। चार पुरख दोए नार, चार पुरख दोए नार। कबीर एक मरनते दोए मुए, कबीर एक मरनते दोए मुए, दोए मरनते चार, दोए मरनते चार। कबीर एक मरनते दोए मुए, कबीर एक मरनते दोए मुए। चार मरनते छे मुए,
ਚਾਰ ਮਰਨ ਤੈ ਛੇ ਮੂਏ। ਚਾਰ ਮਰਨ ਤੇ ਛੇ ਮੂਏ। ਚਾਰ ਮਰਨ ਤੇ ਛੇ ਮੂਏ। ਚਾਰ ਪੁਰਖ ਦੋਏ ਨਾਲ। ਚਾਰ ਪੁਰਖ ਦੋਏ ਨਾਲ। ਚਾਰ ਪੁਰਖ ਦੋਏ ਨਾਲ। ਚਾਰ ਪੁਰਖ ਦੋਏ ਨਾਲ। ਕਬੀਰ ਏਕ ਮਰਨ ਤੇ ਦੋਏ ਮੂਏ। ਕਬੀਰ ਏਕ ਮਰਨ ਤੇ ਦੋਏ ਮੂਏ। ਦੋਏ ਮਰਨ ਤੇ ਚਾਰ। ਦੋਏ ਮਰਨ ਤੇ ਚਾਰ। ਚਾਰ ਮਰਨ ਤੇ ਛੇ ਮੂਏ। ਚਾਰ ਮਰਨ ਤੇ ਛੇ ਮੂਏ। ਚਾਰ ਪੁਰਖ ਦੋਏ ਨਾਲ। ਚਾਰ ਪੁਰਖ ਦੋਏ ਨਾਲ। ਚਾਰ ਪੁਰਖ ਦੋਏ ਨਾਲ। ਚਾਰ ਪੁਰਖ ਦੋਏ ਨਾਲ। ਕਬੀਰ ਏਕ ਮਰਨ ਤੇ ਦੋਏ ਮੂਏ। ਕਬੀਰ ਏਕ ਮਰਨ ਤੇ ਦੋਏ ਮੂਏ। ਦੋਏ ਮੂਏ। ਦੋਏ ਮੂਏ। ਦੋਏ ਮਰਨ ਤੈ ਚਾਰ। ਪਿਆਰੀ ਸਾਧ ਸੰਗਤ ਜੀ, ਜੋ ਅਸੀਂ ਸ਼ਲੋਕ ਗਾਇਨ ਕੀਤਾ, ਇਹ ਗੁਰੂ ਗ੍ਰੰਥ ਸਾਹਿਬ ਦੇ 1369 ਤੇ ਸੁਸ਼ੋਭਿਤ ਹੈ। ਉੱਥੇ ਲੜੀਵਾਰ ਕਬੀਰ ਜੀ ਦੇ ਕਰੀਬਨ 240-42 ਸ਼ਲੋਕ ਨੇ, ਔਰ ਇਹਨਾਂ ਸ਼ਲੋਕਾਂ ਵਿੱਚ ਕੁਝ ਗੁਰੂ ਸਾਹਿਬ ਦੇ ਵੀ ਸ਼ਲੋਕ ਹਨ। ਕਬੀਰ ਜੀ ਦੇ ਲੜੀਵਾਰ ਸ਼ਲੋਕਾਂ 'ਚੋਂ ਇਹ ਜਿਹੜੀ ਲੜੀ ਚੱਲ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੇ ਆਖੀਰ ਵਿੱਚ ਦਰਜ ਕੀਤੀ ਗਈ ਹੈ। ਅਤੇ ਇਸ ਲੜੀ ਵਿੱਚ ਅੱਜ ਅਸੀਂ 91 ਨੰਬਰ ਸ਼ਲੋਕ ਗਾਇਨ ਕੀਤਾ ਹੈ। ਇਹ ਹੈ ਬਾਣੀ ਦੀ ਬਣਤਰ ਜੋ ਅਸੀਂ ਅੱਜ ਗਾਇਨ ਕੀਤਾ। ਦੈਟਸ ਹਾਊ ਦਿਸ ਵਰਸ ਇਜ਼ ਕੰਪਾਈਲਡ ਇਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਜੋ ਵੀ ਸ਼ਬਦ ਜਾਂ ਸ਼ਲੋਕ ਗਾਇਨ ਕਰਦੇ ਹਾਂ, ਅਸੀਂ ਪਹਿਲਾਂ ਉਸ ਨੂੰ ਜ਼ਰੂਰ ਸਮਝਣ ਦਾ ਯਤਨ ਕਰਦੇ ਹਾਂ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਅੰਕਿਤ ਹੈ, ਤਾਂ ਕਿ ਸੁਣਨ ਵਾਲੇ ਨੂੰ ਇਹ ਮਹਿਸੂਸ ਹੋ ਸਕੇ, ਮਾਣ ਆ ਸਕੇ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਗੁਰੂ ਸਮਝ ਕੇ ਮੱਥਾ ਟੇਕਦਾ ਹਾਂ, ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹੁਕਮ ਕੀਤਾ ਬਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਸਮਝਣਾ ਹੈ। ਅਤੇ ਬਾਣੀ ਸ਼ੁਰੂ ਤੋਂ ਹੀ, ਪਹਿਲੀ ਪਾਤਸ਼ਾਹੀ ਤੋਂ ਹੀ ਸਾਨੂੰ ਬਾਣੀ ਗੁਰੂ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ, ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਗੁਰੂ ਦੇ ਨਾਲ ਜੋੜਦੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇਹ ਸ਼ਬਦ ਕਿੱਥੇ ਦਰਜ ਹੈ, ਕਿਸ ਤਰੀਕੇ ਨਾਲ ਕੰਪਾਈਲ ਕੀਤਾ ਗਿਆ, ਕਿਹੜੇ ਅੰਗ 'ਤੇ ਸੁਸ਼ੋਭਿਤ ਹੈ, ਉਹਨੂੰ ਕਹਿੰਦੇ ਨੇ ਬਾਣੀ ਦੀ ਬਣਤਰ, ਕੰਪਾਈਲੇਸ਼ਨ ਆਫ ਬਾਣੀ। ਇਹ ਅਸੀਂ ਜ਼ਰੂਰ ਡਿਸਕਸ ਕਰਦੇ ਹਾਂ ਤਾਂ ਕਿ ਪਤਾ ਲੱਗ ਸਕੇ ਜਿਸ ਗੁਰੂ ਜੀ ਨੂੰ ਮੈਂ ਮੱਥਾ ਸ਼ਬਦ ਗੁਰੂ ਸਮਝ ਕੇ ਟੇਕਿਆ ਹੈ, ਉਹਦੇ ਵਿੱਚੋਂ ਅੱਜ ਮੈਨੂੰ ਕੀਮਤੀ ਸੁਨੇਹਾ ਦਿੱਤਾ ਜਾ ਰਿਹਾ। ਸੋ ਅਸੀਂ ਅੱਜ 91 ਨੰਬਰ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ 1369 ਅੰਗ ਤੋਂ ਸਮਝਣ ਦਾ ਯਤਨ ਕਰਾਂਗੇ।
ਸਾਧ ਸੰਗਤ ਜੀ, ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ 350 ਸਾਲਾ ਪ੍ਰਬੰਧਕ ਔਰ ਸੰਗਤਾਂ ਨੇ ਰਲ ਕੇ ਆਊਟਰ ਬਲੇਨ ਦੇ ਇੱਥੇ ਕਿਉਂਕਿ ਉਲੀਕਿਆ ਉਹ ਰਲ ਕੇ ਮਨਾ ਰਹੇ ਹਾਂ। ਅਸੀਂ ਇਤਿਹਾਸ ਸਾਰੇ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਕੀਤਾ। ਅਸੀਂ ਸਭ ਇਹ ਵੀ ਜਾਣਦੇ ਹਾਂ ਕਿ ਉੱਥੇ 5 ਪਿਆਰੇ ਪੇਸ਼ ਹੋਏ। ਉਹਨਾਂ ਨੇ ਆਪਣਾ ਸੀਸ ਅਰਪਣ ਕੀਤਾ। ਐਸਾ ਸਤਿਗੁਰ ਜੇ ਮਿਲੇ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ। ਉਹ ਸੀਸ ਅਰਪਣ ਕਿਵੇਂ ਕਰੀਦਾ ਹੈ? 1699 ਦੀ ਵਿਸਾਖੀ ਔਰ ਉੱਥੇ ਪ੍ਰੈਕਟੀਕਲੀ ਲਾਈਵਲੀ ਹਕੀਕਤ ਤੌਰ 'ਤੇ ਕਹਾਣੀ ਨਹੀਂ ਹੈ, ਇਹ ਹਕੀਕਤ ਤੌਰ 'ਤੇ ਸੱਚ ਲਿਖਿਆ ਇਤਿਹਾਸ ਜੋ ਵਰਤਿਆ ਉੱਥੇ ਵਾਪਰਿਆ ਕਿ ਗੁਰੂ ਸਾਹਿਬ ਨੇ ਇਹ ਕੀਤਾ। ਅੱਜ ਅਸੀਂ ਉਹ ਸੀਨ ਵੇਖ ਨਹੀਂ ਸਕਦੇ ਹਾਂ, ਲੇਕਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਹੋਂ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸ਼ਾ ਹੋਂ ਸਿਰ ਅਰਪੀ। ਅੱਜ ਦੀ ਡੇਟ ਵਿੱਚ ਮੈਂ ਆਪਣਾ ਸਿਰ ਕਿਵੇਂ ਅਰਪਣਾ ਹੈ? ਇਹਦਾ ਮਤਲਬ ਜਦੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਤਾਂ ਤੇ ਅਸੀਂ ਅੰਮ੍ਰਿਤ ਸੰਚਾਰ ਵਿੱਚ ਜਾ ਕੇ ਆਪਣੀ ਜੀਵਨ ਜਾਚ ਸਿੱਖਣ ਵਾਸਤੇ, ਆਪਣੇ ਜੀਵਨ ਨੂੰ ਉੱਚਿਆਂ ਕਰਨ ਵਾਸਤੇ ਖੰਡੇ ਕੀ ਪੌਲ ਛਕਣੀ ਹੈ, ਛਕਦੇ ਹਾਂ, ਸਾਡੀ ਅਕਾਲ ਤਖਤ ਦੀ ਰਹਿਤ ਮਰਿਆਦਾ ਹੈ। ਲੇਕਿਨ ਮੇਰੇ ਜ਼ਿੰਦਗੀ ਦੇ ਹਰ ਪਲ ਮੈਂ ਆਪਣਾ ਸੀਸ ਕਿਵੇਂ ਅਰਪਣ ਕਰਾਂ? ਹੋਂ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸ਼ਾ ਹੋਂ ਸਿਰ ਅਰਪੀ। ਫਿਰ ਆਸਥਾ ਜੇ ਬੋਲਾਂ ਮੈਂ, ਹੋਂ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸ਼ਾ। ਇਸ ਵੇਲੇ ਸਿਰ ਅਰਪਣ ਦੇ ਵੇਲੇ ਕੋਈ 2 ਬੰਦਿਆਂ ਦੀ ਜਾਂ 2 ਗਰੁੱਪ ਦੀ ਜਾਂ 2 ਕੌਮਾਂ ਦੀ ਲੜਾਈ ਨਹੀਂ ਹੋ ਰਹੀ। ਇੱਕ ਮੇਰੇ ਅੰਦਰ ਜੰਗ ਚਲਦੀ ਰਹਿੰਦੀ ਹੈ ਮੰਦੇ ਖਿਆਲਾਂ ਦੀ, ਜਿਨ੍ਹਾਂ ਨੂੰ ਜੰਮ ਬੁੱਧੀ ਕਹਿੰਦੇ ਨੇ, ਡੀਮਨ ਥਾਟਸ ਕਹਿੰਦੇ ਨੇ, ਡੁਐਲਿਟੀ ਕਹਿੰਦੇ ਨੇ, ਦੁਬਦਾ ਕਹਿੰਦੇ ਨੇ। ਭੈੜੇ ਖਿਆਲਾਂ ਦੇ ਨਾਲ ਮਨੂੰ ਜੂਝਣਾ ਪੈਂਦਾ ਹੈ। ਜੇ ਅਸੀਂ ਨਹੀਂ ਜੂਝਦੇ ਹਾਂ ਤਾਂ ਸਾਨੂੰ ਆਪਸ ਵਿੱਚ ਇੱਕ ਦੂਜੇ ਨਾਲ ਗੱਲ ਕਰਨ ਵੇਲੇ ਜਾਂ ਲੋਕੀ ਸਾਨੂੰ ਕੁਐਸਚਨ ਵੀ ਕਰਦੇ ਨੇ, ਵੀਰ ਜੀ ਜਦੋਂ ਅਸੀਂ ਗੁਰਦੁਆਰੇ ਅੰਦਰ ਹੁੰਦੇ ਹਾਂ ਅਸੀਂ ਬੜੇ ਸ਼ਰੀਫ ਹੁੰਦੇ ਹਾਂ, ਬਾਹਰ ਨਿਕਲ ਕੇ ਅਸੀਂ ਬਦਲ ਕਿਉਂ ਜਾਂਦੇ ਹਾਂ? ਲੋਕੀ ਕਹਿੰਦੇ ਨੇ। ਵੀਰ ਜੀ ਸ਼ਮਸ਼ਾਨ ਘਾਟ ਵਿੱਚ ਹੁੰਦੇ ਹਾਂ ਉੱਥੇ ਅਸੀਂ ਬੜੇ ਸ਼ਰੀਫ ਜੇ ਬਣ ਜਾਂਦੇ ਹਾਂ, ਪਰ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲਣ ਸਾਰ ਸਾਨੂੰ ਕੀ ਹੋ ਜਾਂਦਾ ਹੈ? ਪਤਾ ਕੀ ਹੋ ਜਾਂਦਾ ਹੈ? ਅਸੀਂ ਆਪਣੇ ਨਾਲ ਜੂਝਣ ਵੇਲੇ ਨੈਗੇਟਿਵਸ, ਭੈੜੀ ਬੁੱਧੀ, ਮੰਦੇ ਖਿਆਲਾਂ ਅੱਗੇ ਹਾਰ ਜਾਂਦੇ ਹਾਂ। ਵੀ ਡੋਂਟ ਨੋ ਹਾਊ ਟੂ ਕੰਬੈਟ ਵਿਦ them। ਸਾਧ ਸੰਗਤ ਜੀ, ਇਹ ਸਿਰ ਅਰਪਣਾ ਪਏਗਾ। ਸਿਰਫ ਇੱਕ ਵਾਰੀ ਨਹੀਂ, ਹਰ ਪਲ ਸਿਰ ਦੇਣਾ ਪਏਗਾ। ਦੇ ਦਿੱਤਾ, ਅਰਪ ਦਿੱਤਾ, ਪਰ ਰੋਜ਼ ਮੈਨੂੰ ਮੰਦੇ ਖਿਆਲ ਆਉਂਦੇ ਨੇ। ਰੋਜ਼ ਟੀਵੀ ਤੇ ਸੀਰੀਅਲਸ ਆਉਂਦੇ ਨੇ, ਦਿਨ ਵਿੱਚ 24 ਘੰਟੇ ਹੁੰਦੇ ਨੇ, 100 ਤੋਂ ਉੱਤੇ ਚੈਨਲ ਨੇ, ਕਿਤਨੇ ਸਾਰੇ ਚੈਨਲਸ ਤੇ ਕਿਤਨੇ ਸਾਰੇ ਸੀਰੀਅਲ ਆਉਂਦੇ ਨੇ। ਕਈ ਲੋਕਾਂ ਕੋਲ ਮੈਂ ਜਾਂਦਾ, ਮਿਲਦਾ, ਬੈਠਦਾ, ਉੱਠਦਾ ਤਾਂ ਉਹਨਾਂ ਨੂੰ ਪਤਾ ਲੱਗਦਾ ਵੈਸੇ ਮੈਂ ਬਹੁਤੇ ਨਹੀਂ ਦੇਖਦੀ, ਬਸ ਦਿਨ ਦੇ 3 ਹੀ ਦੇਖਦੀ ਹਾਂ। ਅੱਛਾ, ਚੰਗਾ, ਪਰ ਤੁਸੀਂ ਇੱਕ ਦੇਖੋ ਭਾਵੇਂ ਸੀਰੀਅਲ 'ਚੋਂ ਗੱਲ ਸਮਝ ਪਤਾ ਕੀ ਆਉਂਦੀ ਹੈ? ਸੱਸ ਨੇ ਜਦੋਂ ਨਮਰਤਾ ਨਾਲ ਨੂੰਹ ਨਾਲ ਗੱਲ ਕੀਤੀ ਤਾਂ ਨੂੰਹ ਕਿਵੇਂ ਸਿਰ ਤੇ ਚੜ੍ਹ ਗਈ, ਜਾਂ ਨੂੰਹ ਨੇ ਨਮਰਤਾ ਔਰ ਪਿਆਰ ਨਾਲ ਕਿਸ ਤਰ੍ਹਾਂ ਕੀਤਾ ਤੇ ਸੱਸ ਜਾਂ ਪਤੀ ਕਿਵੇਂ ਸਿਰ ਤੇ ਚੜ੍ਹ ਗਿਆ, ਜਾਂ ਦੇਰ ਦਰਾਣੀ ਜਠਾਣੀ ਜਾਂ 2 ਭਰਾ, ਵੱਡਾ ਭਰਾ, ਛੋਟਾ ਭਰਾ, ਪਤੀ ਪਤਨੀ, ਬੱਚੇ, ਇਸ ਤਰੀਕੇ ਦੇ ਰਿਸ਼ਤਿਆਂ ਦੇ ਬਾਰੇ ਸੀਰੀਅਲ ਆਉਂਦੇ ਨੇ। ਉਹਨਾਂ 'ਚੋਂ ਜੋ ਇਨਸਾਨ ਸ਼ੈਤਾਨੀਅਤ ਕਰਦਾ ਹੈ ਸੀਰੀਅਲ ਵਿੱਚ ਬਾਰ ਉਹ ਸਾਨੂੰ ਸੀਨ ਵਿਖਾਈ ਦਿੱਤੇ ਜਾਂਦੇ ਨੇ ਤਾਂ ਸਾਨੂੰ ਅੰਦਰੋਂ ਇਹ ਸਮਝ ਆਉਂਦੀ ਜਾਂਦੀ ਹੈ ਮੈਂ ਇੰਝ ਸ਼ਰਾਫਤ ਨਹੀਂ ਰੱਖਣੀ। ਸਾਨੂੰ ਇਹ ਗੱਲ ਪਸੰਦ ਆਉਂਦੀ ਹੈ
कि मैं इंज शरीफ बन के नम्रता नहीं रखनी। मैं की सीखना है? शरारत सीखनी है, ਉੱਚਾ ਬੋਲ ਸਿੱਖਣਾ ਹੈ, ਗਾਲਾਂ ਕੱਢਣੀਆਂ ਸਿੱਖਣੀ ਹੈ। ਨਹੀਂ ਤੇ ਦੂਜਾ ਸਿਰ ਤੇ ਚੜ ਜਾਏਗਾ। ਜਿਹੜਾ ਸਿਰ ਗੁਰੂ ਨੂੰ ਦਿੱਤਾ ਸੀ ਨਾ, ਉਹ ਚੁੱਕ ਲਿਆ ਵਾਪਸ। ਹਰ ਪਲ ਸਿਰ ਦੇਣਾ ਪਏਗਾ। ਹਰ ਪਲ ਅੰਦਰ ਜੰਗ ਚਲਦੀ ਹੈ, ਔਰ ਜੰਗ ਹਮੇਸ਼ਾ ਇਹ ਚਲਦੀ ਹੈ ਅਗਰ ਅਸੀਂ ਚਾਰੋਂ ਪਾਸੇ ਨੈਗੇਟਿਵਸ ਹੀ ਕਲੈਕਟ ਕਰਦੇ ਹਾਂ। ਸੀਰੀਅਲ ਦੇਖ ਕੇ ਕੋਈ ਵੀ ਉਹਦੇ 'ਚੋਂ ਸੁਚੱਜੀ ਮੱਤ ਨਹੀਂ ਲੈਂਦਾ ਹੈ। ਅਸੀਂ ਕੁਸੰਗ ਕਰਦੇ ਹਾਂ। ਕੁਸੰਗ ਸਿਰਫ ਬੰਦਿਆਂ ਨਾਲ ਬੈਠ ਕੇ ਨਹੀਂ ਹੁੰਦਾ ਹੈ। ਜਦੋਂ ਅਸੀਂ ਇਕੱਲੇ ਕਮਰੇ 'ਚ ਬੈਠ ਕੇ ਟੀਵੀ ਦੇਖਦੇ ਹਾਂ, ਇੰਟਰਨੈਟ ਦੇਖਦੇ ਹਾਂ, ਵਟਸਐਪ 'ਤੇ ਹੋਰ ਮੰਦੀਆਂ ਗੱਲਾਂ ਔਰ ਨਿੰਦਕ ਗੱਲਾਂ ਪੜ੍ਹਦੇ ਸੁਣਦੇ ਹਾਂ, ਮੇਰੀ ਮੱਤ ਕੁਸੰਗ ਕਰਦੀ ਹੈ। ਉਸ ਕੁਸੰਗ ਦੇ ਨਾਲ ਮੈਨੂੰ ਲੜਾਈ ਕਰਨੀ ਨਹੀਂ ਆਉਂਦੀ ਕਿ ਮੈਂ ਇਸ ਅਵਗੁਣ ਵਾਲੇ ਸੁਭਾਅ ਤੋਂ ਕਿਵੇਂ ਛੁੱਟਾਂ। ਮਨ ਦੀ ਆਦਤ ਹੈ, ਮਨ ਹਮੇਸ਼ਾ ਜਿਸ ਤਰ੍ਹਾਂ ਪਾਣੀ ਨੂੰ ਛੱਡੋ ਥੱਲੇ ਜਾਏਗਾ, ਇੰਝ ਮਨ ਵੀ ਨਾ ਹਮੇਸ਼ਾ ਮੰਦੀਆਂ ਗੱਲਾਂ, ਨੈਗੇਟਿਵ ਗੱਲਾਂ ਨੂੰ ਕਲੈਕਟ ਕਰਦਾ ਹੈ। ਸੋ ਸਾਧ ਸੰਗਤ ਜੀ, ਅੱਜ ਨਾ ਅਸੀਂ ਜੇ 350 ਸਾਲਾ ਪੁਰਬ ਮਨਾ ਰਹੇ ਹਾਂ, ਤਾਂ ਅਸੀਂ ਇਹ ਵੀ ਸੁਣ ਲਿਆ ਪਟਨਾ ਸ਼ਹਿਰ ਵਿਖੇ ਪਵ ਲਿਓ, ਅਸੀਂ ਇਹ ਵੀ ਸੁਣ ਲਿਆ ਆਪੇ ਗੁਰ ਚੇਲਾ, ਅਸੀਂ ਸਭ ਕੁਝ ਸੁਣ ਲਿਆ, ਪਰ ਮੈਨੂੰ ਸਿਰ ਦੇਣਾ ਨਹੀਂ ਆਇਆ। ਇਸ ਕਰਕੇ ਅੱਜ ਕਬੀਰ ਜੀ ਦੇ ਸ਼ਲੋਕ 'ਚੋਂ ਅਸੀਂ ਵਿਚਾਰਨਾ ਹੈ, ਸਮਝਣਾ ਹੈ। ਮੇਰੇ ਵਾਸਤੇ ਸ਼ਲੋਕ ਬੜੇ ਸਿੰਪਲ ਅੱਖਰ ਹਨ, ਪਰ ਇਸ ਨੂੰ ਵਿਚਾਰਨਾ ਮੇਰੇ ਵਾਸਤੇ ਥੋੜ੍ਹਾ ਜਿਹਾ ਮੈਨੂੰ ਮੁਸ਼ਕਿਲ ਲੱਗ ਰਿਹਾ ਹੈ। ਤੁਸੀਂ ਮੈਨੂੰ ਇਜਾਜ਼ਤ, ਇਕਾਗਰਤਾ, ਉਤਸ਼ਾਹ ਦਿਓਗੇ ਤਾਂ ਮੈਂ ਗੁਰੂ ਪਾਤਸ਼ਾਹ ਜੀ ਦੀ ਅਗਵਾਈ ਤਾਬਿਆ ਹੇਠ ਕੋਸ਼ਿਸ਼ ਕਰਦਾ ਹਾਂ ਕਿ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ। ਕਬੀਰ ਜੀ ਦੀ ਰਸਨਾ ਤੋਂ ਕਹਿ ਰਹੇ ਨੇ, ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮਰੰਤੇ ਚਾਰ, ਚਾਰ ਮਰੰਤੇ ਛੇ ਮੂਏ, ਚਾਰ ਪੁਰਖ ਦੋਏ ਨਾਰ। ਸੋ ਅਸੀਂ ਅੱਜ ਉਹ ਇੱਕ ਮਰਨਾ ਸਿੱਖਣਾ ਹੈ। ਹੋਂ ਸਿਰ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸ਼ਾ। ਜੇ ਸਿਰ ਦੇਣਾ ਆ ਗਿਆ ਨਾ, ਉਹਨੂੰ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸਾਨੂੰ ਜਿਤਨੇ ਮਰਜ਼ੀ ਨੈਗੇਟਿਵ ਚਾਰੋਂ ਪਾਸੇ ਪਏ ਹੋਣ, ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੇ, ਜਾਏ ਮਿਲਾ ਤਿਨਾ ਸੱਜਣਾ ਮੇਰੋ ਟੁੱਟੋ ਨਾ ਹੀ ਨੇ। ਅਸੀਂ ਜਿੰਨਾ ਮਰਜ਼ੀ ਚਾਰੋਂ ਪਾਸੇ ਵਿਕਾਰਾਂ ਦਾ, ਅਵਗੁਣਾਂ ਦਾ, ਮੰਦੇ ਖਿਆਲਾਂ ਦਾ, ਮੀਡੀਆ ਦਾ, ਜਿੰਨਾ ਮਰਜ਼ੀ ਚਿੱਕੜ ਔਰ ਨੈਗੇਟਿਵ ਖਿਆਲਾਂ ਦਾ ਹੋਏ, ਅਸੀਂ ਉਸ ਤੋਂ ਬਚ ਸਕਦੇ ਹਾਂ ਜੇ ਇੱਕ ਵਾਰੀ ਆਪਣਾ ਸਿਰ ਗੁਰੂ ਨੂੰ ਦੇ ਦਈਏ। ਅੰਮ੍ਰਿਤ ਸੰਚਾਰ ਹਰ ਪਲ ਹੈ ਸਾਡੇ ਜੀਵਨ ਵਿੱਚ, ਔਰ ਹਰ ਪਲ ਗੁਰੂ ਸਾਹਮਣੇ ਖੜਾ ਹੈ। ਹਰ ਪਲ ਸੀਸ ਤਲੀ ਤੇ ਲੈ ਕੇ ਆਣਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਤਲੀ ਤੇ ਰੱਖ ਕੇ ਆਣਾ ਪਏਗਾ। ਇਹਦਾ ਮਤਲਬ ਮੈਨੂੰ ਹਰ ਵੇਲੇ ਜੂਝਣਾ ਹੈ, ਹਰ ਵੇਲੇ ਆਪਣੇ ਅੰਦਰ ਦੇ ਵਿਕਾਰਾਂ ਨਾਲ ਮੈਨੂੰ ਜੂਝਣਾ ਹੈ, ਹਰ ਵੇਲੇ ਗੁਰੂ ਦੇ ਕੋਲ ਮੈਨੂੰ ਆਪਣਾ ਸੀਸ ਲੈ ਕੇ ਆਣਾ ਹੈ। ਜਿਸ ਦਿਨ ਸੀਸ ਵਾਪਸ ਚੁੱਕਿਆ उस दिन हौमे आ जाएगी। जिस दिन शीश चुक्या उस दिन मन की मत, जम की मत आ जाएगी। जिस दिन शीश चुक्या उस दिन आचरण में नैगेटिविटी आनी शुरू हो जाएगी, गिरावट आनी शुरू हो जाएगी। सो असी एक शब्द पढ़ते हाँ। तुहाडे चों बड़े सज्जन ना बाणी पढ़ते हैं, बड़े सारे सज्जन गुरुद्वारियां और अपने घरां विच अखंड पाठ की वारी देते हैं और पाठ करते हैं। लेकिन ये सारा पाठ करते हुए साढ़े सामने बड़िया सारिया पंक्तियां आदियाँ, या घर खुला पाठ रखा होंगे, साढ़े सामने पंक्तियां आती है, या रागी सिंह जी कीर्तन गायन करते हैं, या कथाकार बाणी नूं कोट करता है, या गुरुद्वारे साढ़े समागम विच अरदास तो बाद वाक लिया जाता है, हुक्मनामा, उहदे विच पंक्तियां आ जांदियां ने। एक मरनते की है? जे सानू एक मरनते नहीं पता, दो मरनते नहीं पता, चार मरनते की हुंदा है, 6 की हो गया, इन्हां गल्लां दा जे नहीं पता, तां असी
ਗੁਰਦੁਆਰੇ ਆਏ, ਅਸੀਂ ਬਾਣੀ ਪੜ੍ਹੀ, ਅਸੀਂ ਨਗਰ ਕੀਰਤਨ ਗਏ, ਅਸੀਂ ਧਾਰਮਿਕ ਸਥਾਨਾਂ 'ਤੇ ਗਏ, ਅਸੀਂ ਇਤਿਹਾਸਿਕ ਦਿਹਾੜਾ ਵੀ ਮਨਾਇਆ, ਸਭ ਕੁਝ ਕੀਤਾ, ਪਰ ਜਿਵੇਂ ਕੜਛੀ ਪਤੀਲੇ ਵਿੱਚੋਂ ਘੁੰਮ ਕੇ ਖਾਲੀ ਵਾਪਸ ਆ ਗਈ। ਪਰ ਕੜਛੀ ਖਾਂਦੀ ਨਹੀਂ ਹੈ, ਕੜਛੀ ਨੂੰ ਪਤੀਲੇ ਦੀ ਡਿਸ਼ ਦਾ ਸਵਾਦ ਨਹੀਂ ਪਤਾ। ਅਸੀਂ ਉਂਝ ਹੀ ਕੜਛੀ ਵਾਂਗੂ ਖਾਲੀ ਕਰ ਚਲੇ ਜਾਂਦੇ ਹਾਂ। ਜ਼ਿੰਦਗੀ ਸਾਰੀ ਉਮਰ ਅਸੀਂ ਦੁਨੀਆ ਨੂੰ ਕੜਛੀ ਵਾਂਗੂ ਵੰਡਦੇ ਰਹਿ ਜਾਂਦੇ ਹਾਂ, ਆਪਣੇ ਵੱਲੋਂ ਅਚੇਤ ਹੋ ਜਾਂਦੇ ਹਾਂ, ਅਵੇਸਲੇ ਹੋ ਜਾਂਦੇ ਹਾਂ, ਔਰ ਸਾਨੂੰ ਗੁਰੂ ਦੇ ਸੰਤੋਖੀ ਭੋਜਨ ਦਾ ਪਤਾ ਨਹੀਂ ਲੱਗਦਾ। ਇਸ ਕਰਕੇ ਤ੍ਰਿਸ਼ਨਾ ਵਿੱਚ ਫਸੇ ਰਹਿੰਦੇ ਹਾਂ। ਜੇ ਸੰਤੋਖ ਦਾ ਭੋਜਨ ਸਮਝ ਨਾ ਆਵੇ ਤਾਂ ਜੀਵਨ ਬੇਕਾਰ ਜਾਂਦਾ ਹੈ। ਇਹਦਾ ਮਤਲਬ ਸੰਤੋਖ ਦਾ ਭੋਜਨ ਬਾਰੇ ਕਹਿੰਦੇ ਨੇ, ਇਹ ਭੋਜਨ ਅਲਾਭੈ ਸੰਤੋ ਲੱਭੈ ਗੁਰ ਵਿਚਾਰ। ਸ਼ਬਦ ਦੀ ਵਿਚਾਰ ਕਰਨੀ ਪਏਗੀ, ਸਿਰਫ ਇਤਿਹਾਸਕ ਵਿਚਾਰ ਨਾਲ ਗੱਲ ਨਹੀਂ ਬਣੇਗੀ। ਜੀਵਨ ਵਿੱਚ ਬਦਲਾਹਟ ਸ਼ਬਦ ਵਿਚਾਰ ਨਾਲ ਆਏਗੀ, ਔਰ ਸ਼ਬਦ ਵਿਚਾਰ ਦੇ ਨਾਲ ਜਿਹੜਾ ਭੋਜਨ ਤੈਨੂੰ ਸਮਝ ਆਏਗਾ, ਇਹ ਭੋਜਨ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰ, ਉਹਦਾ ਉਦਾਰ ਹੋਏਗਾ। ਮੈਂ ਪ੍ਰਧਾਨ ਬਣ ਜਾਵਾਂ, ਸੰਗਤ ਦਾ ਉਦਾਰ ਕਰਾ ਦਿਆਂ, ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ, ਮੇਰਾ ਨਹੀਂ ਹੋਏਗਾ। ਮੈਂ ਕਿੱਥੇ ਦਾ ਰਾਗੀ ਜੀ, ਗਿਆਨੀ ਜੀ, ਭਾਈ ਜੀ, ਗ੍ਰੰਥੀ ਜੀ, ਸੇਵਾਦਾਰ ਜੀ ਬਣ ਜਾਵਾਂ, ਕਿਸੇ ਗਰੁੱਪ ਦਾ ਕੁਝ ਮੈਨੇਜ ਕਰਨ ਵਾਲਾ ਬਣ ਜਾਵਾਂ, ਜੋ ਕੁਝ ਮਰਜ਼ੀ ਮੈਂ ਕਰ ਲਵਾਂ, ਲੇਕਿਨ ਮੈਨੂੰ ਭੋਜਨ ਖਾਣਾ ਪਏਗਾ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਉਦਾਰੋ। ਔਰ ਉਦਾਰ ਮੇਰਾ ਹੋਏਗਾ, ਇਹ ਨਹੀਂ ਕਿ ਮੈਂ ਦੁਨੀਆ ਨੂੰ ਪੜਾਵਾਂ ਤੇ ਮੇਰੇ ਬੱਚੇ ਦਾ ਉਦਾਰ ਹੋ ਜਾਏਗਾ, ਮੇਰੀ ਪਤਨੀ ਦਾ ਉਦਾਰ ਹੋ ਜਾਏਗਾ। ਕਿਸੇ ਦਾ ਉਦਾਰ ਕੋਈ ਨਹੀਂ ਕਰਾ ਸਕਦਾ। ਗੁਰੂ ਪਾਤਸ਼ਾਹ ਜੀ ਦੇ ਸਿੱਕੇ ਬੰਦ ਮਾਈਲਸਟੋਨਸ ਦੇ ਨਿਸ਼ਾਨ ਨੇ, ਅਖਾਣ ਨੇ, ਈਡੀਅਮਸ ਨੇ, ਔਰ ਇਨਐਵਿਟੇਬਲ ਨੇ, ਖਰੇ ਸੱਚ ਨੇ ਕਿ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੂ। ਡਾਕਟਰ ਪੜ੍ਹਾਈ ਕਰਦਾ, ਡਾਕਟਰ ਬਣਦਾ, ਉਹਦਾ ਪੁੱਤਰ ਡਾਕਟਰ ਨਹੀਂ ਬਣ ਜਾਂਦਾ ਜਦੋਂ ਤੱਕ ਪੜ੍ਹਾਈ ਨਾ ਕਰੇ। ਇੰਜੀਨੀਅਰ ਪੜ੍ਹਾਈ ਕਰਦਾ, ਉਹਦਾ ਪੁੱਤਰ ਇੰਜੀਨੀਅਰ ਨਹੀਂ ਬਣ ਜਾਂਦਾ ਜਦੋਂ ਤੱਕ ਇੰਜੀਨੀਅਰਿੰਗ ਨਾ ਕਰੇ। ਇਹਦਾ ਮਤਲਬ ਜਿਹੜਾ ਇਨਸਾਨ ਸਤਿਗੁਰ ਦੀ ਮੱਤ ਲੈਂਦਾ, ਉਹਦਾ ਹੀ ਉਧਾਰ ਹੁੰਦਾ ਹੈ, ਉਹਦਾ ਹੀ ਆਪਣਾ ਜੀਵਨ ਸੰਵਰਦਾ ਹੈ। ਸੋ ਅਸੀਂ ਅੱਜ ਦੇ ਸ਼ਲੋਕ ਨੂੰ ਸਮਝਣ ਦਾ ਯਤਨ ਕਰਦੇ ਹਾਂ। ਮੇਰੇ ਸਾਹਮਣੇ ਇੱਕ ਸ਼ਬਦ ਆਇਆ, ਮਨ ਮਰੇ ਧਾਤ ਮਰ ਜਾਏ। ਧਾਤ, ਧਾਤ ਗੁਰਬਾਣੀ ਅਨੁਸਾਰ ਡੁਐਲਿਟੀ ਨੂੰ ਕਹਿੰਦੇ ਨੇ, ਦੁਬਿਧਾ ਨੂੰ ਕਹਿੰਦੇ ਨੇ। ਦੁਬਿਧਾ ਨਹੀਂ ਜਾਂਦੀ, ਇਸੀ ਕਰਕੇ ਗੁਰਦੁਆਰਿਓਂ ਨਿਕਲਣ ਵੇਲੇ ਜਾਂ ਸ਼ਮਸ਼ਾਨ ਘਾਟ ਤੋਂ ਬਾਅਦ ਜਾਂ ਪਾਠ ਕਰਨ ਤੋਂ ਬਾਅਦ, ਜਾਂ ਕਈ ਲੋਕੀ ਹੱਥ 'ਚ ਗੁਟਕਾ ਫੜਿਆ ਹੁੰਦਾ ਔਰ ਗੁਟਕੇ ਨੂੰ ਇੰਝ ਪਕੜ ਕੇ ਮੋੜ ਕੇ ਬੰਦ ਕਰਕੇ ਫਿਰ ਵੀ ਕਿਸੇ ਦੇ ਬਾਰੇ ਨਿੰਦਕ ਗੱਲ ਕਰ ਲੈਂਦੇ ਨੇ, ਕਿਸੇ ਨੂੰ ਬੁਰਾ ਭਲਾ ਕਹਿ ਲੈਂਦੇ ਨੇ। ਇਹ ਸਾਡਾ ਸੁਭਾਅ ਹੈ। ਡੁਐਲਿਟੀ ਵਿੱਚ ਇਨਸਾਨ ਮਾੜਾ ਖਿਆਲ ਅਪਣਾ ਹੀ ਲੈਂਦਾ ਹੈ, ਸੁਭਾਅ 'ਚ ਪ੍ਰੈਕਟਿਸ ਕਰ ਹੀ ਲੈਂਦਾ ਹੈ। ਇੱਕ ਗੱਲ ਮੈਂ ਸਾਂਝ ਕਰ ਲਵਾਂ। ਇੱਕ ਸੱਜਣ ਨੇ, ਉਹਨਾਂ ਨੇ ਮੈਨੂੰ ਕਿਹਾ, ਭੁਪਿੰਦਰ ਸਿੰਘ ਜੀ ਤੁਸੀਂ 5-5 ਘੰਟੇ ਦੇ ਸੈਮੀਨਾਰ ਕਰਦੇ ਹੋ, ਸੰਗਤਾਂ ਸੁਣਦੀਆਂ ਕਿਉਂ ਰਹਿੰਦੀਆਂ ਨੇ? ਮੈਂ ਕਿਹਾ ਇਹਦੇ ਵਿੱਚ ਮੇਰੀ ਕੋਈ ਚਤਰਾਈ ਨਹੀਂ ਹੈ। ਕਹਿੰਦਾ ਨਹੀਂ, ਤੁਹਾਡੇ ਸੈਮੀਨਾਰ ਵਿੱਚ ਜਦੋਂ ਆਉਂਦੇ ਹਾਂ ਤਾਂ ਇੱਕ ਗੱਲ ਦੇਖਣ ਨੂੰ ਮਿਲਦੀ ਹੈ, ਤੁਸੀਂ ਜਿਹੜੀ ਗੱਲ ਕਰ ਰਹੇ ਹੁੰਦੇ ਹੋ ਉਹ ਸੰਗਤਾਂ ਦਾ ਸਾਫ਼ ਸਰੇਆਮ ਅਵਗੁਣ ਸੰਗਤ ਨੂੰ ਸਮਝ ਆ ਰਿਹਾ ਹੁੰਦਾ ਮੇਰੇ ਬਾਰੇ ਗੱਲ ਚੱਲ ਰਹੀ ਹੈ। ਆਪਣਾ ਅਵਗੁਣ ਕਿਵੇਂ ਸੰਗਤਾਂ 5 ਘੰਟੇ ਬੈਠ ਕੇ ਸੁਣਦੀਆਂ ਰਹਿੰਦੀਆਂ ਨੇ? ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ, ਸੰਗਤ ਵਿੱਚ ਕਿਸੇ ਨੂੰ ਮਿਸਜੱਜ ਨਹੀਂ ਕੀਤਾ ਜਾ ਸਕਦਾ ਕਿ ਕੋਈ ਭੈੜਾ ਹੈ। ਸੰਗਤ ਵਿੱਚ ਮਿਸਜੱਜ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਨੂੰ ਨੌਲੇਜ ਨਹੀਂ ਹੈ। ਲੇਕਿਨ ਜੋ ਇਨਸਾਨ ਦੇ ਅੰਦਰ ਗੁਰੂ ਦੀ ਬਾਣੀ ਦਾ ਪਿਆਰ ਹੈ, ਉਹ ਸੁਧਰਨਾ ਚਾਹੁੰਦਾ ਹੈ, ਸੰਵਰਨਾ ਚਾਹੁੰਦਾ ਹੈ। ਇਸ ਕਰਕੇ ਜਿਹੜੇ ਬੜੇ ਸਿੰਸੀਅਰਲੀ ਸੁਣਦੇ ਨੇ ਨਾ, ਉਹ ਸੰਵਰਨਾ ਸੁਧਰਨਾ ਚਾਹੁੰਦੇ ਨੇ। ਇਸ ਕਰਕੇ ਦੇ ਡੋਂਟ ਮਾਈਂਡ ਕਿ ਜੇ ਮੇਰੇ ਅਵਗੁਣ ਦੀ ਗੱਲ ਚੱਲ ਰਹੀ ਹੈ। ਸੋ ਮੇਰਾ ਅੱਜ ਦਾ ਟੌਪਿਕ, ਜਾਂ ਅਸੀਂ ਜਿਤਨੇ ਵੀ ਬਾਣੀ 'ਚੋਂ ਸ਼ਬਦ ਪੜ੍ਹਦੇ ਹਾਂ, ਵਿਚਾਰਦੇ ਹਾਂ, ਆਪਣੇ ਬਾਰੇ ਸਮਝਣ ਦਾ ਯਤਨ ਕਰਦੇ ਹਾਂ। ਮੇਰੇ ਵਾਸਤੇ
ਇਹ ਥੋੜਾ ਅੱਜ ਮੁਸ਼ਕਲ ਇਕੁਏਸ਼ਨ ਹੈ। ਮਨ ਮਰੇ ਤਾਤ ਮਰ ਜਾਏ, ਦੁਬਦਾ ਜਦੋਂ ਤੱਕ ਜਾਏਗੀ ਨਹੀਂ ਤਾਂ ਤੱਕ ਗੱਲ ਸਮਝ ਨਹੀਂ ਆਏਗੀ, ਔਰ ਦੁਬਦਾ ਦੇ ਨਾਲ ਸਾਨੂੰ ਭਟਕਣਾ ਤੇ ਤ੍ਰਿਸ਼ਨਾ ਵੱਧਦੀ ਹੈ। ਜੇ ਭਟਕਣਾ ਤ੍ਰਿਸ਼ਨਾ ਤੋਂ ਛੁੱਟਣਾ ਹੈ ਤੇ ਦੁਬਦਾ ਮਾਰਨੀ ਪਏਗੀ, ਦੁਬਦਾ ਮਾਰਨ ਵਾਸਤੇ ਮਨ ਮਾਰਨਾ ਪਏਗਾ। ਸੋ ਇਸ ਸ਼ਬਦ ਨੂੰ ਜਰਾ ਜਿਹਾ ਪੜ੍ਹ ਕੇ ਵਿਚਾਰੀਏ। ਮਨ ਮਾਰੇ ਧਾਤ ਮਰ ਜਾਏ, ਜੇ ਤੂੰ ਆਪਣੇ ਮਨ ਨੂੰ ਮਾਰੇ ਤਾਂ ਧਾਤ ਮਰ ਜਾਏਗੀ। ਬਿਨ ਮੂੰਹ ਕੈਸੇ ਹਰ ਪਾਏ, ਇਹਦਾ ਮਤਲਬ ਜੇ ਰੱਬ ਜੀ ਨੂੰ ਪਾਣਾ ਤਾਂ ਮਨ ਮਾਰਨਾ ਪਏਗਾ। ਸਾਧ ਜੀ, ਮਨ ਮਾਰਨਾ ਇੰਜ ਨਹੀਂ ਹੁੰਦਾ ਕਿ ਮੇਰਾ ਰੋਟੀ ਖਾਣ ਤੇ ਦਿਲ ਹੈ, ਚਲੋ ਨਹੀਂ ਪੱਕੀ ਤੇ ਨਾ ਸਹੀ, ਮਨ ਨੂੰ ਮਾਰ ਲਿਆ। ਅੰਗੂਰ ਤੇ ਹੱਥ ਨਹੀਂ ਪਹੁੰਚ ਰਿਹਾ, ਅੰਗੂਰ ਖੱਟੇ ਆ, ਚਲੋ ਰਹਿਣੇ ਦੋ, ਨਹੀਂ ਖਾਤੇ, ਇਹਨੂੰ ਮਨ ਮਾਰਨਾ ਨਹੀਂ ਕਹਿੰਦੇ ਨੇ। ਮਨ ਨੂੰ ਮਾਰਨਾ ਕਿਉਂ ਹੈ, ਸਵਾਲ ਪੈਦਾ ਹੋਏਗਾ। ਔਰ ਗੁਰੂ ਪਾਤਸ਼ਾਹ ਕਹਿੰਦੇ ਨੇ, ਮਨ ਮਾਰੇ ਤਾਤ ਮਰ ਜਾਏ, ਬਿਨ ਮੂੰਹੇ ਕੈਸੇ ਹਰ ਪਾਏ। ਇਹਦਾ ਮਤਲਬ ਜੇ ਰੱਬ ਜੀ ਨਾਲ ਇੱਕ ਮਿਕਤਾ ਚਾਹੁੰਦੇ ਹਾਂ, ਜੇ ਸੁਖੀ ਹੋਣਾ ਚਾਹੁੰਦੇ ਹਾਂ, ਬੜੇ ਲੋਕੀ ਤਾਂ ਰੱਬ ਨੂੰ ਮਿਲਣਾ ਚਾਹੁੰਦੇ ਹੀ ਨਹੀਂ ਨੇ ਨਾ। ਬੜੇ ਲੋਕਾਂ ਦਾ ਕੱਪ ਆਫ ਟੀ ਨਹੀਂ ਹੈ ਕਿ ਰੱਬ ਜੀ ਦੀ ਗੱਲ ਕਰੋ ਜਾਂ ਅਸੀਂ ਰੱਬੀ ਗੁਣ ਕੁਝ ਸਿੱਖਣਾ ਚਾਹੁੰਦੇ ਹਾਂ। ਉਹ ਸੋਚਦੇ ਅਸੀਂ ਜਿਸ ਤਰ੍ਹਾਂ ਜਾਨਵਰਾਂ ਵਾਂਗੂ ਜੀ ਰਹੇ ਹਾਂ, ਅਸੀਂ ਜੀ ਰਹੇ ਹਾਂ, ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ। ਉਹ ਇਹਦੇ 'ਚ ਮਸਤ ਨੇ, ਪੇਟ ਭਰਤ ਪਸ਼ੂਆ ਜੋ ਸੋਇਓ। ਤੇ ਗੁਰਬਾਣੀ ਕੋਈ ਵੀ ਮਾਰਕੀਟਿੰਗ ਨਹੀਂ ਹੈ। ਮਾर्केटिंग वाले रियलाइज कराते ने, अगर तुम्हारे घर बच्चा हुआ है, अगर तुमने ये वाला म्यूजिकल पलना नहीं लिया, अगर तुमने उसके लिए ऑशकॉश वाला ये कपड़ा उसको नहीं पहनाया, अगर तुमने उसको ये वाली ब्रांड नेम की फीडर निप्पल बॉटल में नहीं ना पिलाया, अगर तुमने उसको ये वाले दस्ताने ना पाए, ये वाली टोपी ना पाई, तो तुम जी ही नहीं रहे, तुम कुछ मिस कर रहे हो। इस तरीके दे नाल ਸਾਨੂੰ ਨਾ ਮਾਰਕੀਟਿੰਗ ਵਾਲੇ ਰਿਅਲਾਈਜ਼ ਕਰਾਉਂਦੇ ਨੇ, ਇਹ ਮਿਸ ਕੀਤਾ ਇੰਝ ਹੋ ਜਾਏਗਾ, ਇਹ ਮਿਸ ਕੀਤਾ ਤੁਸੀਂ ਇੰਝ ਕਿੱਥੋਂ ਘਾਟੇ 'ਚ ਹੋ। ਗੁਰਬਾਣੀ ਇਸ ਤਰ੍ਹਾਂ ਮਾਰਕੀਟਿੰਗ ਨਹੀਂ ਹੈ। ਜੋ ਚਾਹੁੰਦਾ ਹੈ ਉਹ ਗੁਰੂ ਦੀ ਮੱਤ ਲੈਂਦਾ ਹੈ। ਬਿਨ ਮੂੰਹੇ ਕੈਸੇ ਹਰ ਪਾਏ, ਜੇ ਤੂੰ ਰੱਬ ਦੀ ਗੱਲ ਨਹੀਂ ਕਰਨਾ ਚਾਹੁੰਦਾ ਨਾ ਤਾਂ ਵੀ ਕੋਈ ਗੱਲ ਨਹੀਂ, ਪਰ ਤੂੰ ਸੁਖੀ ਨਹੀਂ ਰਹਿ ਸਕਦਾ, ਤੂੰ ਖੇੜੇ 'ਚ ਨਹੀਂ ਰਹਿ ਸਕਦਾ, हैप्पीनेस नहीं आएगी। कैसे हर पाए, रब नूं पाना की है, सुखी अवस्था, आनंदत, खेड़ा, चढ़दी कला। मन मरै दारू जाने कोई, मन शब्द मरै बूझे जन सोए। वो जन बन जाता है, ਸਹੀ ਮੈਨੇ 'ਚ ਜਨ ਬਣ ਜਾਂਦਾ ਹੈ ਜੋ ਮਨ ਨੂੰ ਸ਼ਬਦ ਦੇ ਰਾਹੀਂ ਸਮਝ ਕੇ ਔਗੁਣਾ ਵੱਲੋਂ ਰੋਕਦਾ ਹੈ। ਇਹਨੂੰ ਮਨ ਮਾਰਨਾ ਕਹਿੰਦੇ ਨੇ। ਮਨ ਸ਼ਬਦ ਮਰੈ, ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਸ਼ਬਦ ਦੇ ਦੁਆਰਾ। ਮਨ ਸ਼ਬਦ ਮਰੈ ਬੂਝੈ ਜਨ ਸੋਏ, ਜੋ ਇਸ ਨੂੰ ਬੁੱਝ ਲੈਂਦਾ ਉਹ ਜਨ ਬਣ ਜਾਂਦਾ। ਜਿਸ ਨੂੰ ਬਖਸ਼ੇ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੈ ਮਨ ਆਈ। ਗੁਰਮੁਖ ਕਰਨੀ ਕਾਰ ਕਮਾਵੇ, ਜਦੋਂ ਸ਼ਬਦ ਗੁਰੂ ਨੂੰ ਸੁਣਦਾ ਹੈ, ਔਗੁਣਾ ਵੱਲੋਂ ਮਰਦਾ ਹੈ, ਤਾਂ ਜੋ ਕੰਮ ਦੱਸਿਆ ਹੈ ਉਹ ਕਰਦਾ ਹੈ। ਤਾਂ ਇਸ ਮਨ ਕੀ ਸੋਝੀ ਪਾਵੇ। ਸਾਨੂੰ ਸਾਡੇ ਮਨ ਬਾਰੇ ਹੀ ਨਹੀਂ ਪਤਾ। ਅਸੀਂ ਪਿੱਛੇ ਖਾਲਸਾ ਕਾਲਜ ਮਨ ਉੱਤੇ ਸੈਮੀਨਾਰ ਕੀਤਾ ਸੀ, ਮਨ ਹੈ ਕੀ। ਮਨ ਨੂੰ ਮਾਰੀਏ ਕਿਵੇਂ, ਜੇ ਪਤਾ ਲੱਗ ਜਾਏ ਹੈ ਕੀ ਤਾਂ ਮਾਰਨਾ ਵੀ ਆ ਜਾਏਗਾ। ਮਨ ਦੇ ਬਾਰੇ ਸਮਝ ਆ ਜਾਂਦੀ ਹੈ, ਕਿਸ ਤਰ੍ਹਾਂ, ਸ਼ਬਦ ਰਾਹੀਂ। ਮਨ ਨੂੰ ਸਮਝਾਉਣ ਵਾਸਤੇ ਕਹਿੰਦੇ ਨੇ, ਮਨ ਤੂੰ ਭੈੜਾ ਨਾ ਬਣ, ਸ਼ੈਤਾਨ ਨਾ ਬਣ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਪਤਾ ਕੀ ਪਛਾਣਨਾ ਹੈ, ਜੇ ਤਨ ਨਾ ਹੁੰਦਾ ਤਾਂ ਮਨ ਜੀ ਤੁਸੀਂ ਹੋਣਾ ਹੀ ਨਹੀਂ ਸੀ। ਇਹ ਮੂਲ ਹੈ ਤੇਰਾ। ਇਫ ਦੇਰ ਇਜ਼ ਨੋ ਬੋਡੀ ਦੇਰ ਇਜ਼ ਨੋ ਮਨ।
ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਅੰਦਰ ਇਸ ਸਰੀਰ ਅੰਦਰ ਰੱਬ ਜੀ ਵਸਦੇ ਨੇ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਉਹਨਾਂ ਦੀ ਗੱਲ ਸੁਣ ਲੈ ਤੇ ਰੰਗ ਮਾਣ, ਮੌਜਾਂ ਕਰ, ਖੁਸ਼ ਰਹਿ, ਚੜ੍ਹਦੀ ਕਲਾ 'ਚ ਰਿਹਾ ਕਰ, ਆਨੰਦ ਵਿੱਚ ਰਿਹਾ ਕਰ, ਐਕਸਟੈਸੀ 'ਚ ਰਿਹਾ ਕਰ, ਵਨਨੈਸ ਵਿਦ ਗੋਡ ਮਾਣਿਆ ਕਰ। ਯੂ ਵਿਲ ਬੀ ਆਈਡੀਅਲ ਪਰਸਨ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਦੋਂ ਇਹ ਸਮਝ ਆਉਂਦੀ ਹੈ ਨਾ, ਤਾਂ ਪਤਾ ਕੀ ਹੁੰਦਾ ਹੈ, ਮਰਨ ਜੀਵਨ ਕੀ ਸੋਝੀ ਹੋਈ। ਮਨ ਨਾ ਪਲ ਪਲ ਜੰਮਦਾ ਮਰਦਾ ਨਾ, ਇਹਦੇ ਬਾਰੇ ਸਮਝ ਆ ਜਾਂਦੀ ਹੈ। ਮੈਂ ਕਿਵੇਂ ਪਲ ਪਲ ਮਰਦਾ ਹਾਂ, ਕਿਵੇਂ ਨਿੱਕੀ ਨਿੱਕੀ ਗੱਲ 'ਤੇ ਮੈਂ ਅੱਖਾਂ ਕਰਕੇ, ਕੰਨ ਕਰਕੇ, ਨੱਕ ਕਰਕੇ, ਜੀਭ ਕਰਕੇ, ਹੱਥਾਂ ਕਰਕੇ, ਆਪਣੇ ਥਾਟ ਪ੍ਰੋਸੈਸ ਕਰਕੇ ਨਿੱਕੀ ਨਿੱਕੀ ਗੱਲ 'ਤੇ ਕਿਸ ਤਰ੍ਹਾਂ ਥਾਂ ਥਾਂ 'ਤੇ ਮਰਦਾ ਰਹਿੰਦਾ ਹਾਂ। ਇਹਦੀ ਸੋਝੀ ਹੋ ਗਈ। ਮੂਲ ਪਛਾਣੈ ਤਾਂ ਸ਼ੋ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਸੋਝੀ ਹੋ ਜਾਂਦੀ ਹੈ। ਸੋ ਤਾਂ ਇਸ ਮਨ ਕੀ ਸੋਝੀ ਪਾਵੈ। ਹੁਣ ਨਾ ਜਦੋਂ ਮਨ ਦੇ ਬਾਰੇ ਸਮਝ ਆਈ ਨਾ, ਤਾਂ ਪਹਿਲੀ ਗੱਲ ਸਮਝ ਆਈ ਕਿ ਮਨ ਮੈਂ ਮਤ ਮੈਗਲ ਮਿਕਦਾਰਾ। ਮੈਗਲ ਹੁੰਦਾ ਹਾਥੀ। हाथी के बारे सारी दुनिया को पता है। हाथी बहुत बुद्धिमान होता है लेकिन बहुत हंकारी होता है। मेरा मन हाथी बन गया, हंकारी हो गया। मन में मत मैगल मिकदारा। पहली बारी समझ आई कि आई एक्ट लाइक हंकारी हाथी। सासंग जी, हाथी की ना नक सूंड बड़ी लंबी होंदी है, बड़ी वड्डी होंदी है। ਜਿਹੜਾ ਬੰਦਾ ਜਿਤਨਾ ਹੰਕਾਰਿਆ ਹੋਏਗਾ ਉਤਨੀ ਉਹਦੀ ਉੱਚੀ ਨੱਕ ਹੋਏਗੀ, ਆਕੜ ਵਿੱਚ ਰਹੇਗਾ। ਉਹਨੂੰ ਕਦੀ ਕੋਈ ਗਿਫਟ ਵੀ ਦੇ ਦੇਵੇ ਨਾ, ਤਾਂ ਗਿਫਟ ਦੇਣ ਵਾਲੇ ਘਰ ਗੱਲ ਕਰਦੇ ਨੇ, ਫਲਾਣੇ ਨੂੰ ਕੀ ਗਿਫਟ ਦੇਣਾ, ਉਹਦੀ ਤੇ ਨੱਕ ਥੱਲੋਂ ਨਹੀਂ ਲੰਘਦਾ। ਸਾਡੇ ਘਰਾਂ ਵਿੱਚ ਹੁੰਦਾ ਨਾ, ਕਦੀ ਕੋਈ ਕਿਸੇ ਨੂੰ ਗਿਫਟ ਦੇਵੇ, ਪਤਾ ਨਹੀਂ ਕੀ ਦੇ ਦਿੱਤਾ ਹੈ, ਨੱਕ ਥੱਲੋਂ ਬੰਦੇ ਨਹੀਂ ਨਿਕਲਦੇ, ਨੱਕ ਥੱਲੋਂ ਕੋਈ ਚੀਜ਼ ਨਹੀਂ ਨਿਕਲਦੀ, ਨੱਕ ਥੱਲੋਂ ਕੋਈ ਪਸੰਦ ਨਹੀਂ ਆਉਂਦਾ। ਉਤਨਾ ਹੰਕਾਰ ਵੱਧਦਾ ਜਾਂਦਾ, ਔਰ ਜਿਤਨਾ ਹੰਕਾਰ ਵੱਧਦਾ ਜਾਂਦਾ ਉਤਨਾ ਬੰਦਾ ਸ਼ੋਸ਼ੇ ਕਰਦਾ ਹੈ, ਦਿਖਾਵੇ ਕਰਦਾ ਹੈ। ਜਿੰਨੀ ਨੱਕ ਲੰਬੀ ਵੱਡੀ ਸੂੰਡ ਉਹਦੀ ਹੁੰਦੀ ਜਾਂਦੀ ਹੈ। ਕਬੀਰ ਸਾਹਿਬ ਕਹਿੰਦੇ ਨੇ, ਐਸਾ ਦਿਖਾਵੇ ਦਾ ਹੰਕਾਰ ਵਾਲਾ ਨੱਕ ਨਾ ਮੈਂ ਕੱਟ ਦਿੱਤਾ, ਨਾਕੋਂ ਕਾਟੀ। ਅਤੇ ਦਿਖਾਵਾ ਜਿਨ੍ਹਾਂ ਨੂੰ ਛੁੱਟ ਜਾਂਦਾ ਹੈ ਨਾ, ਉਹਨਾਂ ਨੂੰ ਵਾਹ ਵਾਹ ਸੁਣਨ ਦੀ ਆਦਤ ਹੀ ਖਤਮ ਹੋ ਜਾਂਦੀ ਹੈ। ਨਾਕੋ ਕਾਟੀ, ਕਾਨੋ ਕਾਟੀ, ਕਾਟ ਕੂਟ ਕੇ ਡਾਰੀ। ਕਬੀਰ ਸਾਹਿਬ ਇੱਕ ਮਰਨ ਦਾ ਢੰਗ ਸਿਖਾ ਰਹੇ ਨੇ ਕਿ ਆਪਣਾ ਇਹ ਵਾਲਾ ਪੁਰਜਾ ਕਿਵੇਂ ਕੱਟੀਦਾ ਹੈ, ਇਹ ਵਾਲਾ ਪੁਰਜਾ ਕਿਵੇਂ ਕੱਟੀ ਕਹਿੰਦੇ। ਜਦੋਂ ਇਹ ਵਾਲੇ ਪੁਰਜੇ ਕੱਟਣੇ ਆ ਜਾਂਦੇ ਨੇ ਨਾ, ਇਹਨਾਂ ਨੂੰ ਕਹਿੰਦੇ ਨੇ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਜਿਹੜਾ ਅੰਦਰ ਦੀ ਜੰਗ ਚੱਲ ਰਹੀ ਆ ਉਹਦੇ 'ਚ ਪੁਰਜੇ ਕਿਵੇਂ ਕਟਾਈਦਾ। ਸੋ ਕਹਿੰਦੇ ਨੇ, ਮਨ ਮੈਂ ਮਤ ਮੈਗਲ ਮਿਕਦਾਰਾ, ਗੁਰ ਅੰਕਸ਼ ਮਾਰ ਜੀਵਾਲਣ ਹਾਰਾ। ਮੈਂ ਗੁਰੂ ਪਾਤਸ਼ਾਹ ਤੁਹਾਡੇ ਕੋਲ ਆਪਣਾ ਮਨ ਹਾਥੀ ਲੈ ਕੇ ਆਇਆ, ਮਨ ਤੋਂ ਮੈਗਲ ਹੋਏ ਰਹੇ ਹੋ, ਇਸ ਹਾਥੀ ਨੂੰ ਲੈ ਕੇ ਆਇਆ, ਤੁਸੀਂ ਨਾ ਇੱਥੇ ਅੰਕੁਸ਼ ਮਾਰੋ। ਹਾਥੀ ਦੇ ਉੱਪਰ ਜਿਹੜਾ ਬੰਦਾ ਬੈਠਾ ਹੁੰਦਾ ਪਤਲਾ ਜਿਹਾ ਮਹਾਵਤ, ਉਹਦੇ ਮੱਥੇ 'ਤੇ ਉਹਨੂੰ ਜਿਹੜਾ ਹੈਮਰਿੰਗ ਕਰਦਾ ਰਹਿੰਦਾ, ਉਹਨੂੰ ਅੰਕੁਸ਼ ਕਹਿੰਦੇ ਨੇ। ਉਹ ਮਾਰਦਾ ਰਹਿੰਦਾ, ਉਹਨੂੰ ਟਿਊਨ ਕਰਦਾ ਰਹਿੰਦਾ, ਉਹਨੂੰ ਮੈਨੂਵਰ ਕਰਕੇ ਸਿੱਧਾ ਟੋਰਦਾ ਰਹਿੰਦਾ। ਹਾਥੀ ਉਹਦੇ ਆਖੇ ਲੱਗਦਾ। ਹਸਤੀ ਸਿਰ ਜਿਉਂ ਅੰਕਸ਼ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੇ ਰਾਖ ਕੇ ਉਭੀ ਸੇਵ ਕਰੇ। ਇਹ ਗੁਰਮੁਖ ਆਪ ਨੂੰ ਆ ਰਹੀ ਹੈ ਸਭ ਰਾਜ ਸ੍ਰਿਸ਼ਟ ਕਾ ਲੈ। ਸਾਰੀ ਉਹਨੂੰ ਆਪਣੀ ਗੱਲ ਸਮਝ ਆ ਜਾਂਦੀ ਹੈ। ਬਾਹਰਲੀ ਸ੍ਰਿਸ਼ਟੀ ਦਾ ਰਾਜ ਨਹੀਂ ਲੈਂਦਾ ਉਹ, ਉਹਨੂੰ ਆਪਣੇ ਰਾਜ, ਆਪਣੇ ਉੱਤੇ ਕਾਬੂ ਸਮਝ ਆਉਂਦਾ ਜਾਂਦਾ ਹੈ। ਇਹ ਕਾਬੂ ਉਹ ਲੂਜ਼ ਕਰਦਾ ਸੀ ਮੰਦੀ ਜੰਮਦੀ ਮੱਤ ਦੇ ਕਾਰਨ, ਵਿਕਾਰਾਂ ਦੇ ਕਾਰਨ। ਗੁਰ ਅੰਕਸ਼ ਮਾਰ ਜੀਵਾਲਣ ਹਾਰਾ ਪੈਦਾ ਹੋ ਗਿਆ, ਇਨਸਾਨ ਪੈਦਾ ਹੋ ਗਿਆ। ਇਸ ਸਰੀਰ ਨੂੰ ਇਨਸਾਨ ਨਹੀਂ ਕਹਿੰਦੇ ਨੇ। ਅਸੀਂ ਬਹੁਤ ਵਾਰੀ ਇਹ ਗੱਲ ਡਿਸਕਸ ਕਰ ਚੁੱਕੇ ਹਾਂ ਕਿ ਗਲਤਫਹਿਮੀ ਹੈ ਕਿ ਵੈਨ ਵੀ ਸੇ ਵੀ ਆਰ ਹਿਊਮਨ ਬੀਇੰਗਸ, ਨੋ ਵੀ ਆਰ ਨਾਟ ਹਿਊਮਨ ਬੀਇੰਗਸ। ਰਾਦਰ ਸਤਿਗੁਰ ਦੀ ਗੱਲ ਸੁਣ ਕੇ ਵੀ ਆਰ ਬਿਕਮਿੰਗ ਹਿਊਮਨਸ। ਅਸੀਂ ਇਨਸਾਨ ਬਣਨਾ ਸਿੱਖ ਰਹੇ ਹਾਂ। ਜਦੋਂ ਸਤਿਗੁਰ ਦੀ ਮੱਤ ਨਾਲ ਮੇਰਾ ਹਾਥੀ ਅੰਕਸ਼ ਦੇ ਨਾਲ ਮਾਰਿਆ ਗਿਆ, ਗੁਰੂ ਅੰਕਸ਼ ਮਾਰ ਜੀਵਾਲਣ ਹਾਰਾ, ਗੁਰੂ ਨੇ ਮੈਨੂੰ ਦੁਬਾਰਾ ਪੈਦਾ ਕਰ ਦਿੱਤਾ।
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਨੂੰ ਤੰਬੂ ਅੰਦਰ ਲੈ ਕੇ ਮੇਰਾ ਨਵਾਂ ਸਿਰ ਜੋੜ ਦਿੱਤਾ। ਦੁਬਾਰਾ ਜਿੰਦਾ ਕਰ ਦਿੱਤਾ। ਮਨ ਅਸਾਧ ਸਾਧੈ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਏ। ਹੁਣ ਨਿਰਮਲ ਕਰਮ ਹੋਣੇ ਸ਼ੁਰੂ ਹੋ ਗਏ। ਗੁਰਮੁਖ ਇਹ ਮਨ ਲਿਆ ਸੰਵਾਰ, ਮਨ ਨੂੰ ਸੰਵਾਰਦਾ ਹੈ। ਹਉਮੈ ਵਿੱਚੋਂ ਤਜੇ ਵਿਕਾਰ, ਹਉਮੈ ਗਈ। ਹਉਮੈ ਕੀ ਹੈ? ਡੁਐਲਿਟੀ ਦੇ ਕਾਰਨ। ਡੁਐਲਿਟੀ ਕੀ ਹੈ? ਦੁਬਦਾ ਡੁਐਲਿਟੀ। ਹਉਮੈ ਕੀ ਹੈ? ਧਾਤ। ਮਨ ਮਾਰੈ ਧਾਤ ਮਰ ਜਾਏ। ਸੋ ਸਾਡੇ ਸ਼ਲੋਕ ਦੀ ਪਹਿਲੀ ਗੱਲ ਸਮਝ ਆਈ, ਏਕ ਮਰਨ ਤੇ। ਜੇਕਰ ਮਨ ਮਰ ਜਾਏ ਤਾਂ ਹਉਮੈ ਮਰਦੀ ਹੈ, ਅਵਿਦਿਆ ਮਰਦੀ ਹੈ, ਤ੍ਰਿਸ਼ਨਾ ਮਰਦੀ ਹੈ, ਡੁਐਲਿਟੀ ਮਰਦੀ ਹੈ। ਕਿਹੜੇ ਵੀ ਲਫ਼ਜ਼ ਰੱਖ ਲਵੋ। ਦੂਜੇ ਨੰਬਰ ਤੇ ਕੀ ਹੋਇਆ? ਮਨ ਮਰੇ ਧਾਤ ਮਰ ਜਾਏ। ਇਹ ਧਾਤ ਮਰ ਗਈ। ਲਿਟਰਲ ਗੱਲਾਂ ਕਰੀਏ, ਹਉਮੈ ਹੰਕਾਰ ਨੂੰ ਧਾਤ ਕਹਿੰਦੇ ਨੇ। ਕਾਮ ਕ੍ਰੋਧ ਲੋਭ ਮੋਹ ਤੋਂ ਬਾਅਦ ਸਭ ਤੋਂ ਵੱਡਾ ਰੋਗ ਹੈ ਹੰਕਾਰ। ਹਉਮੈ ਦੀਰਘ ਰੋਗ ਹੈ। ਸਭ ਤੋਂ ਵੱਡਾ ਰੋਗ ਕੀ ਹੈ? ਹਉਮੈ ਦੀਰਘ ਰੋਗ ਹੈ। ਇਹ ਹੰਕਾਰ ਦੇ, ਜੇ ਹੰਕਾਰ ਨਹੀਂ ਨਾ ਮਰਿਆ, ਮਨ ਮਾਰੈ ਧਾਤ ਮਰ ਜਾਏ। ਜੇ ਧਾਤ ਨਹੀਂ ਨਾ ਮਰੀ ਤਾਂ ਪਤਾ ਕੀ ਹੁੰਦਾ? ਕਾਮ ਕ੍ਰੋਧ ਓਂਕਾਰ ਸਿਰ ਚੁੱਕ ਲੈਂਦੇ ਨੇ। ਇਹਦਾ ਮਤਲਬ ਜੇ ਕਾਮ ਕ੍ਰੋਧ ਓਂਕਾਰ ਕਾਬੂ ਕਰਨੇ ਨੇ ਤਾਂ ਨਾ ਮਨ ਨੂੰ ਮਾਰਨਾ ਪਏਗਾ। ਸੋ ਗੁਰੂ ਪਾਤਸ਼ਾਹ ਕਹਿੰਦੇ ਹਉਮੈ ਵਿੱਚੋਂ ਤਜੇ ਵਿਕਾਰ। ਜੇ ਮਨ ਨੂੰ ਨਹੀਂ ਮਾਰਿਆ, ਹਉਮੈ ਨਹੀਂ ਮਰੇਗੀ। ਹਉਮੈ ਨਹੀਂ ਮਰੇਗੀ ਤਾਂ ਕਾਮ ਕ੍ਰੋਧ ਓਂਕਾਰ ਵਿਕਾਰ ਸਤਾਨਗੇ। ਇਹਨਾਂ ਨੂੰ ਕਾਬੂ ਕਰਨਾ ਨਹੀਂ ਆ ਸਕੇਗਾ। ਇਹ ਸਤਾਨਗੇ ਤੈਨੂੰ। ਵੰਸ ਸ਼ਬਦ ਮਰੋ ਤਾਂ ਫਿਰ ਕੀ ਹੁੰਦਾ? ਮੂਏ ਕੋ ਮਾਰੈ ਕੌਣ। ਇੱਕ ਵਾਰੀ ਸ਼ਬਦ ਦੀ ਮੱਤ ਲੈ ਕੇ ਮਰ ਜਾਓ ਨਾ, ਫਿਰ ਕੋਈ ਜੰਮ, ਕੋਈ ਮੰਦਾ ਖਿਆਲ, ਕੋਈ ਭੈੜਾ ਖਿਆਲ, ਕੋਈ ਮਨੁੱਖ ਨਹੀਂ ਮਾਰ ਸਕਦਾ। ਉਹਨੂੰ ਕੋਈ ਭ੍ਰਿਸ਼ਟਾਚਾਰ ਕਰਨ ਵਾਸਤੇ, ਰਿਸ਼ਵਤ ਲੈਣ ਵਾਸਤੇ ਟੈਂਪਟਿੰਗ ਨਹੀਂ ਕਰਾ ਸਕਦਾ। ਉਹਨੂੰ किसी ਦਾ ਵਿਗਾੜ ਕਰਾਉਣ ਵਾਸਤੇ ਕੋਈ ਰਿਸ਼ਵਤ ਦੇ ਕੇ ਫਲਾਣੇ को सुपारी दी तुम गर्दन उसकी उड़ा दो, गोली मार दो, नहीं करा सकता। कोई किसी ने कहे फलाने की कॉन्फिडेंशियल रिपोर्ट खराब कर दो, ਉਹਦੇ ਕੋਲ ਕਲਮ ਹੀ ਨਹੀਂ ਚੱਲੇਗੀ। ਮੂਏ ਕੋ ਕਹੋ ਮਾਰੇ ਕੌਣ। ਗੁਰੂ ਪਾਤਸ਼ਾਹ ਜੀ ਦੀ ਬਾਣੀ ਨਾਲ ਮੈਂ ਸਾਰੀ ਗੱਲ ਨੂੰ, ਇਤਿਹਾਸ ਨੂੰ ਨਾਲ ਨਾਲ ਸਮਝ ਰਿਹਾ। ਮੂਏ ਕੋ ਮਾਰੇ ਕੌਣ, निडरे को कैसा डरन। फियर गया, डर गया। साध संगत जी, डर दुबदा के कारण आता है। ते असी पढ़िया सी, पव जल बिन शब्द क्यों तरिए, बिन शब्द नाम बिना जग रोग व्याप्या, नाम बिना जग रोग व्याप्या, डूबदा डूब डूब मरिए, बिन शब्द क्यों तरिए। सतगुर की गल नहीं ना सुनेगा, डुबदा ते समुंदर डुबदा रहेगा। और वो समुंदर पता की है? डर, फियर। निक्के निक्के डरां दे नाल, निक्की निक्की की बूंद नाल, जिवें नदी सागर समुंदर बनता है, इस निक्के निक्के डर दे नाल भाव दा जल, भै दा सागर भाव जल, ਉਹਦੇ ਡੁੱਬ ਜਾਏਗਾ। ਹਰ ਵੇਲੇ ਡਰਿਆ ਰਿਹਾ ਕਰੇਗਾ, ਹਰ ਵੇਲੇ ਡਿਪਰੈਸਡ ਰਹੇਗਾ, ਹਰ ਵੇਲੇ ਦੁਖੀ ਰਹੇਗਾ, ਹਰ ਵੇਲੇ ਰੋਂਦਾ ਰਹੇਗਾ, ਕਾਰਨਰ ਹੋ ਜਾਏਗਾ, ਕੱਲਾ ਹੋ ਜਾਏਗਾ। ਲੋਨਲੀਨੈਸ ਡਰਾਏਗੀ,
ਆਪਣੇ ਆਪ ਨਾਲ ਕੱਲਿਆਂ ਬੈਠਣ ਵੇਲੇ ਬੈਠ ਨਹੀਂ ਸਕੇਗਾ। ਇਸ ਕਰਕੇ ਦੁਬਦਾ ਦੇ ਕਾਰਨ ਡਰ ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚਣਾ ਹੈ ਨਾ, ਤਾਂ ਪਤਾ ਕੀ ਕਰ, ਨਿਡਰੇ ਕੋ ਕੈਸਾ ਡਰ ਕਵਨ, ਸ਼ਬਦ ਪਛਾਨੈ ਤੀਨੇ ਭਵਨ। ਸਾਧ ਸੰਗਤ ਜੀ, 3 ਭਵਨ ਕਿਸ ਨੂੰ ਕਹਿੰਦੇ ਨੇ? 3 ਭਵਨ ਦਾ ਮਤਲਬ ਹੁੰਦਾ ਸੁਰਗ ਮੱਚ ਪਿਆਲ। 3 ਭਵਨ ਦਾ ਮਤਲਬ ਹੁੰਦਾ ਰਜੋ ਤਮੋ ਸਤੋ। ਇਹ 3 ਭਵਨ ਤੋਂ ਕਾਮਯਾਬੀ ਦੇ ਨਾਲ ਅੱਗੇ ਲੰਘ ਜਾਣਾ, ਉਹਨੂੰ ਕਹਿੰਦੇ ਨੇ ਚੌਥੇ ਪਦ, ਪਰਮ ਪਦ, ਤੁਰੀਆ ਪਦ, ਨਿਰਵਾਣ ਪਦ। ਸੋ ਜਦੋਂ ਰਜੋ ਤਮੋ ਸਤੋ ਵਾਲੇ ਰੋਗ ਸਤਾਨ ਜਾਂ ਮੈਨੂੰ ਸੁਰਗ ਮੱਚ ਪਿਆਲ ਵਾਲੇ ਖਿਆਲਾਂ ਵਿੱਚ ਮੈਂ ਪਿਆ ਰਵਾਂ, ਕਦੀ ਵਧੀਆ ਖਿਆਲ, ਕਦੀ ਚੰਗਾ ਮੰਦਾ ਅਤੇ ਕਦੇ ਘਟੀਆ ਖਿਆਲ, ਇਹਨਾਂ ਵਿੱਚ ਹੀ ਗੁਆਚਿਆ ਰਹਿਣਾ, ਇਹਨਾਂ ਨੂੰ ਸੁਰਗ ਮੱਚ ਪਿਆਲ ਕਹਿੰਦੇ ਨੇ, 3 ਭਵਨ ਕਹਿੰਦੇ ਨੇ। ਚੰਗੀਆਂ ਗੱਲ ਕਰਨਾ ਸੁਰਗ ਦਾ, ਪਿਆਲ ਦਾ ਮਤਲਬ ਪਤਾਲੀ ਗੱਲਾਂ ਕਰਨਾ। ਔਰ ਜਪਜੀ ਸਾਹਿਬ ਦੀ ਵਿਚਾਰ ਜਿਹਦੀ ਪੈਨ ਡਰਾਈਵ ਤੁਹਾਨੂੰ ਬਾਹਰ ਮਿਲੇਗੀ, ਉਹਦੇ ਵਿੱਚ ਅਸੀਂ ਸਮਝਿਆ ਸੀ ਪਾਤਾਲ ਦਾ ਮਤਲਬ ਹੁੰਦਾ ਮੰਦੇ ਭੈੜੇ ਖਿਆਲ। ਪਾਤਾਲ ਲੱਖ, ਆਗਾਸ ਚੰਗੇ ਵੀ ਖਿਆਲ ਆਉਂਦੇ ਨੇ ਸਾਨੂੰ। ਇਹਦੇ ਬਾਰੇ ਨਾ ਸਮਝ ਆਉਂਦੀ ਜਾਂਦੀ ਹੈ। ਸ਼ਬਦ ਪਛਾਨੈ ਤੀਨੇ ਭਵਨ, ਇਹ ਮੈਂ ਇਸ ਸ਼ਬਦ ਨੂੰ ਇਸ ਕਰਕੇ ਵਿਚਾਰਿਆ ਕਿਉਂਕਿ ਇਸ ਸ਼ਬਦ ਦੇ ਅੰਦਰ ਗੁਰੂ ਪਾਤਸ਼ਾਹ ਨੇ ਬੜਾ ਸੋਹਣਾ ਲਿੰਕ ਬਣਾਇਆ। ਕਾਸ਼ ਅਸੀਂ ਬਾਣੀ ਇੰਝ ਪੜ੍ਹਿਆ ਕਰੀਏ, ਵਿਚਾਰਿਆ ਕਰੀਏ ਕਿ ਬਾਣੀ ਮੈਨੂੰ ਕੀ ਸਿਖਾ ਰਹੀ ਹੈ, ਮੈਨੂੰ ਕੀ ਸਮਝਾ ਰਹੀ ਹੈ। ਅਸੀਂ ਇੱਕ ਦੂਜੇ ਨੂੰ ਨਹੀਂ ਦਿਖਾਣਾ ਮੈਨੇ ਪਾਠ ਕਰ ਲਏ, ਤੁਸੀਂ ਕਿੰਨੇ ਕੀਤੇ, ਕਿੰਨੇ ਕਰੋਗੇ, 20 ਲੈ ਲਓ, 500 ਲੈ ਲਓ, 5 ਲੱਖ ਲੈ ਲਓ, ਇਹ ਅਸੀਂ ਪਾਖੰਡ ਕਰਦੇ ਹਾਂ। ਪਾਠ ਕਰਨਾ ਚਾਹੀਦਾ ਹੈ ਆਪਣਾ ਜੀਵਨ ਸਵਾਰਨ ਵਾਸਤੇ। ਮੈਨੂੰ ਇੱਕ ਸੱਜਣ ਨੇ ਕਿਹਾ ਹੈ, ਥੋੜਾ ਲਪੇਟ ਕੇ ਕਿਆ ਕਰੋ, ਤੁਸੀਂ ਤੇ ਸਿੱਧੀ ਗੱਲ ਬਿਲਕੁਲ ਸਿੱਧੀ ਹੀ ਕਰ ਦਿੰਦੇ ਹੋ। ਸਾਧ ਸੰਗਤ ਜੀ, ਅਸੀਂ ਲਪੇਟ ਕੇ ਹੀ ਸਿੱਖਣੀ ਹੈ, ਸਿੱਧੀ ਗੱਲ ਸਿੱਧੀ ਨਹੀਂ ਸਿੱਖ ਸਕਦੇ। ਕਿਉਂ ਅਸੀਂ ਹਿਪੋਕਰੇਟ ਹਾਂ? ਕਿਉਂ ਅਸੀਂ ਮੋਮ ਦੇ ਬਣੇ ਹੋਏ ਹਾਂ? ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਅਸੀਂ ਕਿਉਂ ਹਾਂ? ਸਾਧ ਸੰਗਤ ਜੀ, ਅਸੀਂ ਇੰਝ ਹਾਂ ਇਸ ਕਰਕੇ ਪ੍ਰਚਾਰਕ ਵੀ ਸਾਨੂੰ ਖਰਾ ਕੇ ਸੱਚ ਸੁਣਾਉਂਦੇ ਨਹੀਂ ਨੇ। ਬਸ ਚਾਰੋਂ ਪਾਸੇ ਖੇਡ ਚੱਲ ਰਹੀ ਹੈ। ਪ੍ਰਭਾਤ ਫੇਰੀ ਕੱਢ ਲਵੋ, ਨਗਰ ਕੀਰਤਨ ਕੱਢ ਲਵੋ, ਸੇਬ ਕੇਲੇ ਵਰਤਾ ਲਵੋ, ਬਦਾਮ ਛੁਹਾਰੇ ਵਰਤਾ ਲਵੋ, ਨੰਗੇ ਪੈਰ ਟੁਰ ਲਵੋ, ਚਿਲੀਏ ਕੱਟ ਲਵੋ, ਰੁਮਾਲੇ ਚੜਾ ਲਵੋ, ਪ੍ਰਸ਼ਾਦ ਕਰਾ ਲਵੋ, ਸੰਗਮਰਮਰ ਲਾ ਲਵੋ, ਸੋਨੇ ਲਾ ਲਵੋ। ਬਸ ਅਸੀਂ ਨਾ ਖੇਡਾਂ 'ਚ ਮਸਤ ਹਾਂ। ਇਹਨਾਂ ਤੋਂ ਮੈਂ ਕਿਸੇ ਚੀਜ਼ ਨੂੰ ਸਟਾਪ ਨਹੀਂ ਕਰ ਸਕਦਾ, ਮੈਨੂੰ ਕਰਨ ਦਾ ਹੱਕ ਨਹੀਂ ਹੈ। ਲੇਕਿਨ ਕਦੋਂ ਤੱਕ? ਕਿਹੜਾ ਸ਼ਬਦ ਪੜ੍ਹੀਏ ਪੁੱਤਰ ਹੋਏਗਾ, ਕਿਹੜਾ ਸ਼ਬਦ ਪੜ੍ਹੀਏ ਔਲਾਦ ਹੋਏਗੀ, ਕਿਹੜਾ ਸ਼ਬਦ ਪੜ੍ਹੀਏ ਫਲਾਣਾ ਰੋਗ ਦੂਰ ਹੋਏਗਾ। ਸਾਧ ਸੰਗਤ ਜੀ, ਇਹਨਾਂ ਗਿਮਿਕਸ ਵਿੱਚ ਪਏ ਹੋਏ ਹਾਂ। ਗੁਰਬਾਣੀ ਇਤਨੀ ਕੀਮਤੀ ਜਾਚ ਹੈ। ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਸਾਰੀ ਦੁਨੀਆ ਦੀ ਚਿੰਤਾ ਦੂਰ ਕਰ ਸਕਦੀ ਹੈ। ਪਰ ਅਸੀਂ ਸਿੱਖ ਹੋ ਕੇ ਚਿੰਤਾ ਵਿੱਚ ਪਏ ਹੋਏ ਹਾਂ ਕਿਉਂਕਿ ਸਾਨੂੰ ਏਕ ਮਰਨ ਤੇ ਹੀ ਨਹੀਂ ਸਮਝ ਆਇਆ। ਧਾਤ ਸਾਡੀ ਮਰੀ ਨਹੀਂ। ਸੋ ਅਸੀਂ ਇਸ ਤੋਂ ਬਾਅਦ ਅੱਗੇ ਵਧਦੇ ਹਾਂ। ਹੁਣ ਸਵਾਲ ਪੈਦਾ ਹੁੰਦਾ ਹੈ। ਹੁਣ ਤੱਕ ਮੈਂ ਗੱਲ ਕੀਤੀ ਮਨ ਨੂੰ ਮਾਰਨਾ ਚਾਹੀਦਾ, ਸਵਾਲ ਪੈਦਾ ਹੋਇਆ ਮਨ ਕਿਉਂ ਮਾਰਨਾ ਹੈ, ਮਾਰਨਾ ਕਿਉਂ ਹੈ? ਬਿਕੋਜ਼ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਕਾ ਕਹਿਆ ਮਨਸ਼ਾ ਕਰੈ, ਮਨ ਨਾ ਫੁਰਨਿਆਂ ਦਾ ਘਰ ਹੈ। ਮਨ ਡਿਜ਼ਾਇਰਸ ਕਰਦਾ ਹੈ, ਮਨ ਦੇ ਅੰਦਰ ਬੜੀਆਂ ਆਸ਼ਾਵਾਂ ਹੁੰਦੀਆਂ ਨੇ, ਮਨ ਮਨਸ਼ਾ ਕਰਦਾ ਰਹਿੰਦਾ ਹੈ। ਇਹ ਮਨ ਪੁੰਨ ਪਾਪ ਉਚਰੈ, ਫਿਰ ਕਹਿੰਦਾ ਰਹਿੰਦਾ ਹੈ ਚੰਗੀ ਹੈ, ਇਹ ਗਲਤ ਹੈ, ਇਹਦੇ 'ਚ ਪੁੰਨ ਹੈ, ਇਹਦੇ 'ਚ ਪਾਪ ਹੈ। ਪੁੰਨ ਕਰਾਂਗਾ ਤਾਂ ਇਹ ਮਿਲੇਗਾ, ਪਾਪ ਕਰਾਂਗਾ ਤਾਂ ਇਹ ਸਜ਼ਾ ਮਿਲ ਜਾਏਗੀ। ਇਹਨਾਂ ਚੱਕਰਾਂ ਵਿੱਚ ਪੈ ਰਹਿੰਦਾ। ਇਹਨਾਂ ਚੱਕਰਾਂ ਤੋਂ ਬਾਅਦ ਦੂਜੀ ਗੱਲ ਸ਼ੁਰੂ ਕਰ ਦਿੰਦਾ ਹੈ, पुण्य करूँगा तो स्वर्ग जाऊँगा, पाप करूँगा तो नरक में जाऊँगा। नरक जाने से डर लगता है, इसलिए स्वर्ग में जाने के लिए और क्या क्या करना चाहिए? बा इन्हां खेडां विच पिया रहिंदा है। कबीर साहब कहते हैं तू ए खेडां च ना पिया रहा कर, सुरग वासना बाछिए डरिए ना नरक निवास, होना है सो होएगो मने ना कीचे आस। मन अंदर कोई आस ना रखिया कर स्वर्ग जाण दी, और मन अंदर डरिया भी ना कर नरक जाण तो।
ਕਿਉਂਕਿ ਇਹ ਮਰਨ ਤੋਂ ਬਾਅਦ ਸਵਰਗ ਨਰਕ ਹੁੰਦਾ ਹੀ ਨਹੀਂ ਨੇ। ਮਰਨ ਤੋਂ ਬਾਅਦ ਤੂੰ ਸਵਰਗ ਨਰਕ ਤਾਂ ਬਣਾਏ ਨੇ ਕਿਉਂਕਿ ਤੂੰ ਇੱਥੇ ਇੱਕ ਪੁੰਨ ਪਾਪ ਦਾ ਟਕੋਸਲਾ ਬਣਾਇਆ ਹੋਇਆ ਹੈ। ਇਹ ਮਨ ਪੁੰਨ ਪਾਪ ਉਚਰੈ, ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ। ਤ੍ਰਿਪਤ ਨਹੀਂ ਹੁੰਦਾ, ਸੈਟਿਸਫੈਕਸ਼ਨ ਨਹੀਂ ਆਉਂਦਾ, ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਗੱਲ ਸਮਝ ਆਉਂਦੀ ਜਾ ਰਹੀ ਹੈ ਨਾਲ ਨਾਲ ਕਿ ਤ੍ਰਿਪਤ ਨਾ ਆਵੇ ਤਾਂ ਭਟਕਣਾ ਵੱਧਦੀ ਹੈ, ਤ੍ਰਿਸ਼ਨਾ ਵੱਧਦੀ ਹੈ। ਇਹਦਾ ਮਤਲਬ ਮੇਰੀ ਭਟਕਣਾ ਤ੍ਰਿਸ਼ਨਾ ਨੂੰ ਵੀ ਮਾਰਨਾ ਪਏਗਾ। ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ। ਮੈਨੂੰ ਨੂੰ ਕੋਈ ਅਕਲ ਲੈਣੀ ਪਏਗੀ ਮੇਰੇ ਮਨ ਨੂੰ ਸਮਝਾਉਣ ਵਾਸਤੇ। ਇਹ ਮੈਨੂੰ ਐਵੇਂ ਟੈਂਪਟਿੰਗ ਕਰਾਉਂਦਾ ਰਹਿੰਦਾ ਹੈ। कल तक मेरे पास पुराना फ़ोन था, आज आईफोन 6 आ गया, मैंने लेना नहीं। अब आईफोन 6 प्लस आ गया तो अब वो लेना है। अब लोगों के हाथों में 7 आ गया, मेरे को वो लेना है। लोगों के घर में डब्बा टीवी था, आजकल प्लाज्मा लगा हुआ है, वो लेना है। फिर सुना लोगों ने पति पत्नी की आपस में नहीं बनती है, बच्चों की नहीं बनती है, हर कमरे में अलग अलग लगा लिया, हमने भी लगाना है। हुण आस्ता आस्ता लोगों ने बाथरूम में भी लाना शुरू कर दिता है। बीबी कहती ना मैनू ही तो देखना, उन्हें किचन ही ला लिया है। मतलब मन इस तरह डिजायर्स करता है, डिजायर्स के विचकार दाज भी आ जाता है कि साडे पुत्र काके वास्ते ये वाली चीज़ दिओ तुसी दाज विच। डिजायर ही है जिहड़ी साडे कोल डॉरी सिस्टम की गेम करांदी है, मंदी गेम। डिजायर ही है बड़ा इनडायरैक्टली। सानू तो नहीं कुछ भी चाहिए, पर जे तुसी अपनी बच्ची नूं मर्सिडीज कार दाज विच देनी है तो तुहाडी बच्ची ते बैठेगी ना। इनडायरैक्टली मर्सिडीज कार मंग लई, इनडायरैक्टली सोना पैसा मांग लिया। बड़े बेटंगे बेटब्बे और भुखियां भुखना उतरी वाली मीननेस वाला जीवन असी जींदे हाँ। सो मन नूं समझाउण वास्ते ना कुछ मत लैनी पेगी, वरना भटकना तृष्णा मैनू अविद्या अज्ञानता दे विचकार फसाई रखणगियां। साध संगत जी असी भटकदे कदों आ जदों कोल साडे कोल ज्ञान नहीं हुंदा। फर्ज करो मैं रजौरी गार्डन तो टुरिया और मनु ऑटरम लेन पहुँचना है। जे तो मनु ज्ञान है कि किस तरह मनु रिंग रोड राजा गार्डन तो पंजाबी बाग तो होकर आज़ादपुर तो मुड़ के लैफ्ट साइड तो जाना, तो मैं सीधे रस्ते आ जाऊँगा, या होर जिहड़े रस्ते ने उन्हों का ज्ञान है तो मैं आ जाऊँगा। पर जे मैनू नहीं नॉलेज कि किवें आउटर लेन पहुँचना है तो उन्होंने अज्ञानता कहते हैं। तो उहदे कारण की होएगा, भटकांगा। इंज मन नूं समझाउण वास्ते काम क्रोध लोभ अहंकार तृष्णा भटकना डर हौमे काम क्रोध लोभ मोह दी तृष्णा दे सारिਆਂ ਦੇ ਵਿਚਕਾਰ भटकन ਦੀ ਬਜਾਏ ਨਾ ਇਹਨੂੰ ਸਮਝਾਉਣ ਵਾਸਤੇ ਮੈਨੂੰ ਕੋਈ ਗਿਆਨ ਚਾਹੀਦਾ ਹੈ, ਵਰਨਾ ਮੈਂ ਅਗਿਆਨਤਾ 'ਚ ਅਵਿਦਿਆ ਵਿੱਚ ਹਾਂ। वंस त्रिपत दैन त्रिपत मुकत मन साचा पावै। ये असी उस शब्द नूं लिया जदों मन का क्या मनसा करे तो पता लगा। तन धन कलत सब देख अभिमाना। मन नूं इस करके मान रहा है कि मन दियां जितनियां प्राप्तियां होंदियां ने, भावें अपने तन दियां, अपने बारली प्राप्तियां दी, वर्ल्डली थिंग्स दी, अते कलत हुंदा है। कलत मतलब इस्त्री, इस्त्री दा मतलब वाइफ नूं नहीं कहंदे ने, कलत दा मतलब हुंदा है नार, मन दी मत। ये सारियां ना भैड़ियां इकट्ठियां करके इन्हां नूं देख के अभिमान ही च रहिंदा है। साध संगत जी असीं हमेशा अभिमान ना भैड़ी चीज़ दा करांगे, चंगी चीज़ दा नहीं करांगे। मैं कह ही नहीं पावांगे, हंकार च नहीं कह पाऊँगा मैं बड़ा मिठा बोलदा, मैं बड़ा निम्रता वाला इंसान हाँ, मैं बहुत संतोखी हाँ। ये असी नहीं कह पाते हाँ। असी पता ही कहता जानता है ना मनु, कोई सुनाए ना मैं 2 दियां 4 सुनाना, मैं बंदे नूं बख्शदा नहीं हाँ। असी अपने ना दुनियावी प्राप्तियां दे मंदे ख्यालों का हंकार करते हाँ। वरना सच दा गुमान नहीं होंदा। तीरथ बरत अरदान कर
करे मन में धरे, तीरथ बरत दान कर मन में धरे गुमान। ये बाहरलियां चीज़ां ने। तीरथ ते जाता दुनिया को दसदा मैं गया 40 बारी गया, हर संग्रांत पे जाता हूँ, ठंडे पानी से नहाता हूँ, नंगे पैर जाता हूँ, माघी की संग्रांत में नहाण जाता, संग्रांत के संग्रांत नहाण जाईदा है। हंकार। तीरथ बरत अरदान कर मन में धरे गुमान। नानक नेफल जाते जो कुंचर इशनान, हाथी जिमें नहा के मिट्टी पा लेंदा है, वो अवस्था है। दाज लेगा तो दिखाएगा दुनिया नू, मूर्ख दाज दिखाते ने। ते दुनिया पूछेगी कि पुत्र दे विआह ते की लियाए हो, इस करके दाज मंगदा है, क्योंकि इसनू हौम है, हंकार दिखावा करना है। ਜਿਹੜੇ ਪੁੱਤਰ ਦੇ ਵਿਆਹ ਤੇ ਦਾਜ ਲੈ ਕੇ ਨਹੀਂ ਆਉਂਦੇ ਨੇ, ਉਹਨਾਂ ਨੂੰ ਸਮਝਦੇ ਨੇ ਉਹ ਪੁੱਤਰ ਕਾਣਾ ਹੋਣਾ ਜੀ, ਉਹ ਪੁੱਤਰ ਅੰਦਰੋਂ ਘਟੀਆ ਹੋਣਾ ਜੀ, ਉਹ ਇਹਨਾਂ ਨੂੰ ਤੇ ਰਿਸ਼ਤਾ ਹੀ ਨਹੀਂ ਸੀ ਮਿਲਦਾ, ਉਹ ਕੁੜੀ ਵਾਲਿਆਂ ਕੋਲ ਹੈ ਹੀ ਕੀ ਹੈ, ਇਸ ਤਰੀਕੇ ਦੀਆਂ ਗੱਲਾਂ ਕਰੇਗਾ। ਇਹਦਾ ਮਤਲਬ ਝੂਠ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਤਨ ਧਨ ਕਲਤ ਸਭ ਦੇਖ ਅਭਿਮਾਨਾ, ਮਨ ਹੰਕਾਰ ਕਰਦਾ ਹੈ। ਸੋ ਪਹਿਲੀ ਗੱਲ ਸਮਝੀ ਮਨ ਨੂੰ ਮਾਰਨਾ ਹੈ। ਦੂਜੀ ਗੱਲ ਅਸੀਂ ਸਮਝੀ ਕੁਐਸਚਨ ਪੈਦਾ ਕੀਤਾ ਕਿਉਂ ਮਾਰਨਾ ਹੈ। ਤੀਜੀ ਗੱਲ ਨੂੰ ਸਮਝਣੀ ਹੈ ਕਿਵੇਂ ਮਾਰਨਾ ਹੈ। ਆਓ ਕਿਵੇਂ ਮਾਰੀਏ। ਕੂਟਨ ਕਿਸੈ ਕਹੋ ਸੰਸਾਰ, ਕੂਟਨ ਕਿਸੈ ਕਹੋ सगल बुलन के माहे विचार, सगल बुलन के माहे विचार। कूटन सोए जो मन को कूटे, मन कूटे तो जमते छूटे। जम भैड़े ख्याल ने, जमा तो छुटेगा, मन नू मारना है। कूटन सोए जो मन को कूटे, मन कूटे तो जमते छूटे। कुट कुट मन कसवट्टी लावे, सो कूटन मुकत बो पावे, मुकत बो पावे। कूटन किसे कहो संसार, सगल बुलन के माहे विचार। ਤੁਸੀਂ ਕੂਟਨ ਕਿਹਨੂੰ ਕਹਿੰਦੇ ਹੋ ਦੁਨੀਆ ਦੇ ਲੋਕੋ? ਕਬੀਰ ਜੀ ਕਹਿੰਦੇ ਨੇ ਮੈਂ ਕੂਟਨ ਦੱਸਾਂ ਪਤਾ ਕਿਹਨੂੰ ਕਹਿੰਦਾ? ਕੂਟਨ ਸੋਏ ਜੋ ਮਨ ਕੋ ਮਾਰੈ, ਜੋ ਆਪਣੇ ਮਨ ਨੂੰ ਮਾਰਦਾ ਉਹਨੂੰ ਕੂਟਨ ਕਹਿੰਦੇ ਨੇ। ਉਹਨੂੰ ਸਹੀ ਮਾਇਨੇ ਵਿੱਚ ਚੋਰ ਠੱਗ ਕਹਿੰਦੇ ਨੇ, ਜਿਹੜਾ ਆਪਣੇ ਮਨ ਨੂੰ ਮਾਰ ਸਕਦਾ ਹੈ। ਤੁਸੀਂ ਕੂਟਨ ਕਿਹਨੂੰ ਕਹਿੰਦੇ ਹੋ? ਕੂਟਨ ਕਿਸੇ ਕਹੋ ਸੰਸਾਰ, ਸਗਲ ਬੁਣ ਕੇ ਮਾਏ ਵਿਚਾਰ। ਮੇਰੇ ਖਿਆਲਾਂ ਨਾਲ ਕੂਟਨ ਤੇ ਉਹਨੂੰ ਕਹਿੰਦੇ ਨੇ ਜਿਹੜਾ ਮਨ ਨੂੰ ਮਾਰਨਾ ਸਿੱਖ ਲੇ। ਅਸੀਂ ਬੰਦਿਆਂ ਨੂੰ ਮਾਰਦੇ ਰਹਿੰਦੇ ਹਾਂ, ਅਸੀਂ ਕਿਸੇ ਦੀ ਪੋਕਟ ਮਾਰਦੇ ਰਹਿੰਦੇ ਹਾਂ, ਅਸੀਂ ਲੋਕਾਂ ਦਾ ਪੈਸਾ ਮਾਰਦੇ ਰਹਿੰਦੇ ਹਾਂ, ਲੋਕਾਂ ਦਾ ਹੱਕ ਮਾਰਦੇ ਰਹਿੰਦੇ ਹਾਂ। ਕਬੀਰ ਸਾਹਿਬ ਕਹਿੰਦੇ ਜਿਹੜਾ ਆਪਣੇ ਮਨ ਨੂੰ ਮਾਰਦਾ, ਮਨ ਨੂੰ ਭੈੜੇ ਖਿਆਲਾਂ ਵੱਲੋਂ ਮਾਰਦਾ ਹੈ। ਕੂਟਨ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮ ਤੇ ਛੂਟੈ। ਭੈੜੇ ਖਿਆਲਾਂ ਤੋਂ ਛੁੱਟ ਜਾਂਦਾ ਹੈ। ਕੁੱਟ ਕੁੱਟ ਮਨ ਕਸਵੱਟੀ ਲਾਵੇ, ਮਨ ਨੂੰ ਕਸਵੱਟੀ ਲਾਉਂਦਾ। ਇਹ ਬਾਤ ਠੀਕ ਹੈ ਤੋ ਕਰਨੀ ਹੈ, ਨਹੀਂ ਠੀਕ ਹੈ ਤੋ ਨਹੀਂ ਕਰਨੀ ਹੈ। ਓਏ ਮਨ ਸਮਝ, ਸੱਸ ਆਪਣੀ ਨੂੰਹ ਨੂੰ ਭੈੜਾ ਸਲੂਕ ਨਹੀਂ ਕਰੇਗੀ। ਸਮਝਣਾ ਇਹ ਵੀ ਤੇ ਕਿਸੇ ਦੀ ਬੱਚੀ ਹੈ। ਨੂੰਹ कहेगी आखिरकार ये मेरी माँ ही है ना, अगर मेरे पति से प्यार है तो मेरा पति अच्छा है, अच्छा पति इसी माँ ने पैदा किया ना, मेरे को सत्कार करना चाहिए इस माँ का। मोस्टली की होता है, आम तौर पर जनानियां कहदियां पति हमारा तुम बुढ़ी पार हो जाओ, पति मेरा मकान मेरा तुम जाओ यहाँ से। उन्होंने नहीं पता कि इस माँ ने ये पुत्र जम्मिया है, ये माँ ना होंदी है पुत्र ना होंदा, मेरा सुहाग ना होंदा। ਉਹਨੂੰ ਇਹ ਗੱਲ ਸਮਝ ਨਹੀਂ ਆਉਂਦੀ। ਸਾਧ ਸੰਗਤ ਜੀ, ਬਹੁਤ
ਸਿੰਪਲ ਸਿੰਪਲ ਗੱਲਾਂ ਨੇ, ਲੇਕਿਨ ਜੇ ਕਸਵੱਟੀ ਲਾਈ ਜਾਏ, ਆਸਤਾ ਆਸਤਾ ਸੋਚਿਆ ਜਾਏ, ਵਿਚਾਰਿਆ ਜਾਏ, ਸੋ ਕੂਟਨ ਮੁਕਤ ਬੋ ਪਾਵੇ, ਮੁਕਤ ਹੋ ਜਾਂਦੇ ਆ, ਸਾਲਵੇਸ਼ਨ, ਘਰ ਸੁਖੀ ਹੋ ਜਾਂਦਾ ਹੈ। ਸੋ ਮਨ ਨੂੰ ਮਾਰੀਦਾ ਹੈ ਮੰਦੇ ਮੰਦੇ ਖਿਆਲਾਂ ਵੱਲੋਂ, ਮਨ ਨੂੰ ਸਮਝਾਈਦਾ ਹੈ। ਦੁਰਮਤ ਨਾਲ ਕੁਸੰਗ ਦੂਰ ਹੋ ਜਾਂਦਾ ਹੈ। ਸੋ ਪਹਿਲੀ ਗੱਲ, ਮਨ ਮਰਿਆ ਤੇ ਅਵਿਦਿਆ, ਦੁਰਮਤ, ਕੁਸੰਗ ਗਿਆ। ਜੋ ਭੈੜੇ ਖਿਆਲਾਂ ਨਾਲ ਮੈਂ ਸੰਗ ਕਰਦਾ ਸੀ ਨਾ, ਉਹ ਕੁਸੰਗ ਗਿਆ। ਸਾਧ ਸੰਗਤ ਜੀ, ਅਸੀਂ ਸਰੀਰਕ ਤੌਰ ਤੇ ਕੁਸੰਗ ਨਹੀਂ ਕਰਦੇ ਹਾਂ, ਮਨ ਕੁਸੰਗ ਕਰਦਾ ਹੈ ਅਵਗੁਣਾ ਦਾ। ਇਹ ਗੱਲ ਅਸੀਂ ਪਹਿਲਾਂ ਸਾਂਝ ਕਰ ਚੁੱਕੇ ਹਾਂ। ਸੋ ਮਨ ਮਰਨ ਤੋਂ ਬਾਅਦ ਦੂਜੇ ਨੰਬਰ ਤੇ ਦੁਰਮਤ ਨਾਲ ਕੁਸੰਗ ਗਿਆ। ਮਨ ਮਰਿਆ, ਦੁਰਮਤ ਗਈ, ਕੁਸੰਗ ਗਿਆ। ਤਾਂ ਦੁਰਮਤ ਬਦਲੇ ਗੁਰਮਤ, ਕੁਸੰਗ ਬਦਲੇ ਸੰਗ। ਬੈਨੀਫਿਟ ਕੀ ਹੋਇਆ? ਮਨ ਕੀ ਮਤ ਗਈ, ਮਨ ਕੀ ਮਤ ਗੋਜ਼ ਆਫ। ਪਹਿਲੇ ਨੰਬਰ ਤੇ ਮਨ, ਏਕ ਮਰਨ ਤੇ ਦੋਏ ਮੂਏ। ਅਵਿਦਿਆ ਗਈ, ਤ੍ਰਿਸ਼ਨਾ ਗਈ, ਮਨ ਕੀ ਮੱਤ ਵਾਲੀ ਭੈੜੀ ਬੁੱਧੀ ਗਈ, ਜਿਹਦੇ ਨਾਲ ਮੈਂ ਜੁੜਿਆ ਹੋਇਆ ਸੀ। ਅਸੀਂ ਹਮੇਸ਼ਾ ਆਪਣੀ ਭੈੜੇ ਖਿਆਲਾਂ ਦੇ ਨਾਲ ਸੰਗ ਕਰੀ ਰੱਖਦੇ ਹਾਂ, ਭੈੜੀ ਮੱਤ ਨੂੰ ਨਹੀਂ ਛੱਡਦੇ ਹਾਂ। ਸਾਧ ਸੰਗਤ ਜੀ, ਕਿਸੇ ਨੂੰ ਮਨਾਇਆ ਨਹੀਂ ਜਾ ਸਕਦਾ ਕਿ ਤੂੰ ਜ਼ਰੂਰ ਛੋੜ, ਲੇਕਿਨ ਜੇ ਅਸੀਂ ਆਪਣੀ ਭੈੜੀ ਮੱਤ ਨਾ ਛੱਡੀ ਨਾ, ਇਹ ਬੁਢਾਪੇ ਤੱਕ ਨਾਲ ਚੱਲਦੀ ਹੈ ਤੇ ਬੁਢਾਪੇ 'ਚ ਜਾ ਕੇ ਬਹੁਤ ਬੌਦਰ ਕਰਦੀ ਹੈ। ਜਿਤਨੇ ਸਾਡੇ ਅਵਗੁਣ ਹੁੰਦੇ ਨੇ ਨਾ, ਇਹ ਬੁਢਾਪੇ 'ਚ ਜ਼ਿਆਦਾ ਬੌਦਰ ਕਰਦੇ ਨੇ। ਇਸੇ ਕਰਕੇ ਲੋਕੀ ਬੁਢਾਪੇ 'ਚ ਡਿਪਰੈਸਡ ਹੁੰਦੇ ਨੇ, ਬੁਢਾਪੇ ਵਿੱਚ ਇਕੱਲਾ ਇਕੱਲਾ ਫੀਲ ਕਰਦੇ ਨੇ, ਬੁਢਾਪੇ 'ਚ ਬੱਚੇ ਦੂਰ ਚਲੇ ਜਾਂਦੇ ਨੇ, ਉਹ ਬੁਢਾਪੇ ਵਿੱਚ ਰੋਣਾ ਸ਼ੁਰੂ ਕਰ ਦਿੰਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਅਵਗੁਣ ਉਹਨਾਂ ਨੂੰ ਸਤਾਉਂਦੇ ਨੇ। ਪਰ ਜਿਹੜਾ ਖਿੜਿਆ ਹੋਇਆ, ਉਹ ਸਾਰਿਆਂ ਨੂੰ ਜੱਫੀ ਪਾਏਗਾ, ਸਾਰਿਆਂ ਨੂੰ ਪਿਆਰ ਕਰੇਗਾ। ਇਹ ਖੇੜਾ ਤੇ ਉਹਨੂੰ ਕਮਾਉਣਾ ਸੀ। ਜਿਹੜਾ ਆਪਣੀ ਜ਼ਿੰਦਗੀ ਵਿੱਚ ਲੋਕਾਂ ਦੇ ਅਵਗੁਣ ਹੀ ਕੱਢਦਾ ਰਿਹਾ, ਉਹ ਬੁਢਾਪੇ 'ਚ ਵੀ ਅਵਗੁਣ ਹੀ ਕੱਢੇਗਾ ਔਰ ਸੁਖੀ ਨਹੀਂ ਰਹੇਗਾ। ਸੋ ਕੁਸੰਗ ਅਵਿਦਿਆ ਨਾਲ ਸੀ। ਤੀਜੇ ਨੰਬਰ ਤੇ ਵਿਦਿਆ। ਡੁਐਲਿਟੀ ਦੋਏ ਗਈ, ਏਕ ਮਰਨ ਤੇ ਦੋਏ ਮੂਏ। ਡੁਐਲਿਟੀ ਵਿੱਚ ਕੁਸੰਗ ਸੀ, ਡੁਐਲਿਟੀ ਵਿੱਚ ਅਵਿਦਿਆ ਸੀ, ਡੁਐਲਿਟੀ ਵਿੱਚ ਦੁਬਦਾ ਸੀ, ਦੁਬਦਾ ਦੇ ਕਾਰਨ ਭਰਮ ਸੀ, ਭਰਮ ਦੇ ਕਾਰਨ ਡਰ ਸੀ। ਇਹ ਸਾਰੀਆਂ ਲਾਮਤਾਂ ਗਈਆਂ। ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੇ ਚਾਰ। ਮਨ ਮਰਿਆ, ਕੁਸੰਗ ਮਰ ਗਿਆ। ਹੁਣ ਕੁਸੰਗ ਮਰ ਜਾਏ ਤਾਂ ਕੀ ਹੁੰਦਾ ਸਾਧ ਸੰਗਤ ਜੀ? ਜੇ ਮੈਂ ਕੁਸੰਗਤ ਨਹੀਂ ਕਰਦਾ ਤਾਂ ਉਹਦੇ ਬਦਲੇ ਕਹਿੰਦੇ ਨੇ ਸੰਗਤ ਕਰਦਾ ਹੈ। ਇਹਦਾ ਮਤਲਬ ਕੁਸੰਗ ਮਰ ਗਿਆ ਤੇ ਬੈਨੀਫਿਟ ਹੋਇਆ, ਸੰਗ ਮਿਲ ਗਿਆ, ਸਤਸੰਗ ਹੋ ਗਿਆ। ਕੁਸੰਗਤ ਛੱਡਣਾ ਸਤਸੰਗ ਹੈ। ਕੁਸੰਗਤ ਛੱਡਣ ਵਾਸਤੇ ਸੱਚ ਦੀ ਮੱਤ, ਸਤਿਗੁਰ ਬਾਝੋਂ ਸੰਗਤ ਨਾ ਹੋਈ। ਸਤਿਗੁਰ ਦੀ ਜਦੋਂ ਸੰਗਤ ਕਰਦੇ ਆ ਨਾ ਅਸੀਂ, ਤਾਂ ਇਹਨੂੰ ਸੰਗ ਕਹਿੰਦੇ ਨੇ। ਅਵਿਦਿਆ, ਦੁਰਮਤ, ਡੁਐਲਿਟੀ ਮਰ ਜਾਂਦੀ ਹੈ। ਤੀਜੇ ਨੰਬਰ ਤੇ। ਚੌਥੇ ਨੰਬਰ ਤੇ ਹੰਕਾਰ ਚਲਾ ਜਾਂਦਾ। ਮਨ ਮਰੇ ਮਾਰੇ ਧਾਤ ਮਰ ਜਾਏ, ਧਾਤ ਨਾ ਮਰੇ ਤਾਂ ਪੰਜ ਵਿਕਾਰ ਆਪਣਾ ਸਿਰ ਚੁੱਕ ਲੈਂਦੇ ਨੇ ਤੇ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਨ ਕੀ ਮਤਲਬ ਦੁਰਮਤ ਦਾ ਕੁਸੰਗ ਹੁੰਦਾ ਹੈ। ਸੋ ਨਿਸ਼ਾਨੀ ਕੀ ਹੋਏਗੀ? ਭੈੜੇ ਖਿਆਲ, ਭੈੜਾ ਸੁਭਾਅ, ਇਹਨੂੰ ਦੁਰਮਤ ਕਹਿੰਦੇ ਨੇ, ਇਹਨੂੰ ਕੁਸੰਗ ਕਹਿੰਦੇ ਨੇ। ਸੋ ਡਿਊ ਟੂ ਦੁਰਮਤ, ਸਾਧ ਸੰਗਤ ਜੀ, ਅਸੀਂ ਇੱਕ ਸ਼ਲੋਕ ਪਿਛਲੇ ਦਿਨਾਂ ਵਿੱਚ ਟੀਵੀ ਤੇ ਟੈਲੀਕਾਸਟ ਹੋਇਆ। ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ, ਨਾਨਕਾ ਬੌਰ ਬੌਰ ਅਵਤਾਰ। ਨਿੰਦਾ ਕੀ ਹੁੰਦਾ ਹੈ? ਸੱਚ ਨੂੰ ਇਗਨੋਰ ਕਰਨਾ। ਸੰਤ ਹੁੰਦਾ ਹੈ ਚੰਗੇ ਚੰਗੇ ਗੁਣ, ਮਨੁੱਖ ਨੂੰ ਨਹੀਂ ਕਹਿੰਦੇ ਨੇ। ਚੰਗੇ ਚੰਗੇ ਗੁਣਾਂ ਨੂੰ ਫੋਲੋ ਕਰਨਾ ਸੰਤ ਸ਼ਰਨ ਕਹਿਲਾਂਦਾ ਹੈ। ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਮੈਂ ਅਵਗੁਣਾਂ ਦੀ ਸ਼ਰਨ ਲਈ ਤਾਂ ਮੇਰਾ ਅਵਗੁਣੀ ਸੁਭਾਅ, ਭੈੜਾ ਸੁਭਾਅ ਬਣੇਗਾ। ਜੇ ਮੈਂ ਚੰਗੇ ਗੁਣਾਂ ਦੀ ਸ਼ਰਨ ਲਈ ਤਾਂ ਉਹਨੂੰ ਸੰਤ ਸ਼ਰਨ ਕਹਿੰਦੇ ਨੇ। ਪਰ ਜੇ ਅਵਗੁਣਾਂ ਦੀ ਲਈ ਤਾਂ ਮੈਂ ਨਿੰਦਾ ਕਰਾਂਗਾ, ਇਗਨੋਰ ਕਰਾਂਗਾ, ਸੱਚ ਨੂੰ ਇਗਨੋਰ ਕਰਾਂਗਾ। ਸੱਚ ਨੂੰ ਇਗਨੋਰ ਕਰਨ ਦਾ ਮਤਲਬ ਹੁੰਦਾ ਮੋਰੈਲਿਟੀ ਨੂੰ, ਆਈਡੀਅਲਸ ਨੂੰ ਇਗਨੋਰ ਕਰਨਾ। ਉਹਨੂੰ ਕਹਿੰਦੇ ਨੇ ਨਿੰਦਕ ਸੁਭਾਅ। ਸਾਡੀ ਨਾ ਆਦਤਾਂ 'ਚੋਂ ਨਾ ਇੱਕ ਨਿੰਦਾ ਵੀ ਮਰ ਗਈ ਕਿ ਮੈਂ ਅਵਗੁਣੀ ਸੁਭਾਅ ਨੂੰ ਦੂਰ ਕਰਨ ਦੀ ਜਿਹੜੀ ਮੱਤ ਨਹੀਂ ਲੈਂਦਾ ਸੀ, ਉਹ ਹੁਣ ਛੱਡ ਦਿੱਤੀ। ਨਿੰਦਕ ਵਾਲੀ ਆਦਤ ਵੀ ਗਈ। ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੂਏ। ਚਾਰ ਪੁਰਖ ਦੋਏ ਨਾਰ। ਹੁਣ ਸਾਨੂੰ ਸਮਝਣਾ ਹੈ ਚਾਰ ਪੁਰਖ ਕਿਹੜੇ ਨੇ, ਦੋਏ ਨਾਰ ਕਿਹੜੀਆਂ? ਇੱਕ ਮੇਰੀ ਅਗਿਆਨਤਾ, ਤ੍ਰਿਸ਼ਨਾ, ਦੁਰਮਤ ਇੱਕ, ਤੇ ਨਾਰ ਦੂਜੀ ਹੈ ਨਿੰਦਕ ਸੁਭਾਅ।
ਇਹ ਦੋਨੋਂ ਇਸਤਰੀ ਲਿੰਗ ਨੇ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਪਿਛਲੇ 84 85 86 ਸ਼ਲੋਕ ਨੰਬਰ ਜਿਹਨੇ ਉਹਨਾਂ 'ਚੋਂ ਖੋਜ ਕੇ ਇਹ ਦੱਸਿਆ। ਇਸ ਨੂੰ ਪੜ੍ਹ ਕੇ ਹੈਰਾਨਗੀ ਹੁੰਦੀ ਹੈ ਕਿਸ ਤਰ੍ਹਾਂ ਸਾਨੂੰ ਸਿਖਾਇਆ ਕਿ ਤੂੰ ਕੀ ਛੱਡਣਾ ਹੈ। ਸੋ संत शरण जो जान पड़े सोजन उदरन हार, अदरवाइज संत की निंदा नानका बोर बोर अवतार। तू बोर बोर अपने जीवन के म्यार तो थल्ले डिगदा रवेगा। सो मन मरिया धात मर गई। धात मरनी मस्ट, डुअलिटी, अविद्या, अविद्या के कारण हंकार करते हाँ। वरना पंजो जम होर सतान लग पैंदे ने। मन मरिया, डुअलिटी मर गई, तृष्णा भटकना मर गई, निंदा मर गई। इन्हां दोवां नूं डुअलिटी और निंदा नूं नार कहंदे ने। कुसंग मर गया, हंकार मर गया, जात अभिमान मर गया। जदों खंडे की पौल छकांदे ने ना तां उस वेले पंज प्यारे कहंदे ने तेरी अज तो जात नास, तेरे कुल नास। मीन्स नो डोंट प्रैक्टिस जात पात सिस्टम। असी गुरु वाले भी हो के पहुल छक के भी और 350 साल गुरपुरब मना के भी अपनी जात ते नाल ही लाई रखी। फायदा की होया गुरपुरब मनाण दा? जात अभिमान हंकार मरदा है तां सिर मरदा है, तां सिर देना होंदा। काम क्रोध दे अध्यास भी चला जाता है। सो साध संगत जी इस शब्द के अंदर 6 चीज़ां मारन की गल की गई है। एक मरनते दोए मुए, दोए मरनते चार, चार मरनते 6 मुए, एक होर मिला के 6। और इन्हां चों 4 पुरख दोए नार, 2 नार ने 4 पुरख ने। साध संगत जी मैं ये अर्थ इंज करदा, एक मरन ते दो मुए, एक मरने के बाद 2 और मर गए तो 3 हो गया। 2 मरन ते 4, 4 होर मर गए तो 4 ते 3 7 हो गया। 4 मरन ते 6 मुए, 6 होर मर गए तो 13 हो गया। 13 चीज़ां किहड़ियां मर गई। लेकिन इस भुलेखे च ना पईए कि एक तो बाद दूजी केड़ी मरी, तीजी केड़ी मरी, चौथी केड़ी मरी, पंजवीं, फिर 6वीं 7वीं करद्या करद्या 13 केड़ियां चीज़ां मरियां। रादर असी ये समझना है कि गुरु पातशाह ने कबीर साहब की रचना तो बाद ही चाहे क्या 4 पुरख दोए नार, ਇਹਦਾ मतलब 6 चीज़ां ने। दरअसल सब्जैक्ट इज 6 आइटम्स केड़ियां केड़ियां। एक दे मरण दे नाल दूजा मर जाता है। एक केड़ा चीज़ मरी सब तो पहला? मन। मन नूं मारना है। साडा बच्चा निक्का जिहा कह रहा होंदा है, भावें उहनूं बुखार चढ़िया होंदा है, भावें सर्दी होंदी है, भावें उहदा गला खराब होंदा है, साडा बच्चा कह रहा होंदा मैं आइसक्रीम खानी है, साडा बच्चा कह रहा होंदा मैं स्वेटर नहीं पानी है। असीं उहदा मन मारदे हां, नहीं तुमको आइसक्रीम नहीं खानी है, तुम्हारा गला खराब हो जाएगा, तुमको गर्म कपड़ा पहनना है चाहे नहीं पसंद, पाना पेगा नहीं, ठंड लग जाएगी। इहनूं की कहंदे ने? मन नूं मारना। लेकिन असी बच्चे नूं जो बचपन तो ही कहते हैं वो रो रहा है ना, रो रहा है ना, ये देख कीड़ी मर गई। हम जब उन्होंने सिखाते ना ये देख कीड़ी मर गई, तब बच्चे नूं बड़ा चंगा लगता, बच्चा चुप कर देता है, कीड़ी मर गई। कुत्ते को पत्थर मार, वो मारता है, बच्चा खुश होता है। वड्डे होकर भी लोगों को मारना शुरू कर देता है, क्योंकि कीड़ी मर गई, कुत्ता मर गया, उन्होंने मरण तो बाद इन्हूं सैटिस्फैक्शन, खुशी मिलती सी, मंदी आदत पै गई। लेकिन मारना सी मन नूं नहीं, इस चींटी को भी नहीं मारना है, उस कुत्ते को भी नहीं मारना है, उस बंदे को भी नहीं मारना है। सारे कुदरत के सब बनते। अंकल की इज्जत करो, कुत्ते को मारना नहीं है, प्यार करना है। मन नूं मारन दी, एक मन मरिया, दूजा हंकार धात मर गई, ते तीजा तीजी ते चौथी, तीजी निंदा मर गई, चौथी तृष्णा मर गई, दूजे कारण 2 होर मर गए, टोटल 4 हो गए। 4 दे कारण 2 होर मरदे ने, उन्होंने कहते हैं शरीरक मोह दे अध्यास ते अवगुणा तो कुसंग। ਇਹਦੇ ਵਿੱਚੋਂ मन कारण धात मर गई, धात कारण जात अभिमान मर गया, जात अभिमान कारण भटकना तृष्णा डुअलिटी मुक गई, शरीरक मोह काम क्रोध लोभ अहंकार दे नाल बनदा है वो छुट गया, ते कुसंग छुट गया, दुबदा भरम चली गई।
ਉਹਨੂੰ ਕਹਿੰਦੇ ਨੇ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਪਾਰ। ਹਉਮੈ ਮੋਹ ਭਰਮ ਕੁਸੰਗ ਅਵਿਦਿਆ ਇਹ ਸਾਰੇ ਮਰ ਗਏ। ਸੋ ਅਸੀਂ ਇਹ 6 ਚੀਜ਼ਾਂ ਅੱਜ ਸਿੱਖੀਆਂ ਕਿ ਕਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਚੀਜ਼ ਨੂੰ ਮਾਰਦੇ ਜਾਓ। ਤ੍ਰਿਸ਼ਨਾ ਕਿਸ ਤਰ੍ਹਾਂ ਮਰ ਜਾਂਦੀ ਹੈ, ਦੁਰਮਤ ਕਿਵੇਂ ਮਰ ਜਾਂਦੀ ਹੈ, ਮਨ ਕਿਵੇਂ ਮਰ ਜਾਂਦਾ ਹੈ, ਹੰਕਾਰ ਕਿਵੇਂ ਮਰ ਜਾਂਦਾ ਹੈ, ਡੁਐਲਿਟੀ ਭਟਕਣਾ ਕਿਵੇਂ ਮਰ ਜਾਂਦੀ ਹੈ, ਕੁਸੰਗ ਕਿਵੇਂ ਮਰ ਜਾਂਦਾ ਹੈ।